ਏਸੀ ਜੀ ਮਿਊਟ ਕਰ ਦੋ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਬਿਹਾਗੜਾ ਕੀ ਵਾਰ ਦੀ ਵਿਚਾਰ ਆਪਸ ਦੇ ਅੰਦਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜਾਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 12 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 13ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਤੀਜਾ। ਇਹ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੇ, ਹਰਸੋਂ ਪ੍ਰੀਤ ਉਪਜੈ, ਮਾਇਆ ਮੋਹ ਜਲਾਵੇ। ਸੰਧਿਆ ਕਹਿੰਦੇ ਨੇ ਪਾਠ ਪੂਜਾ ਨੂੰ, ਜੋ ਹਿੰਦੂ ਵੀਰ ਦਿਨ ਦੇ ਵਿੱਚ ਕਰੀਬ 3 ਵਾਰੀ ਕਰਦੇ ਨੇ। ਸਵੇਰ, ਦੁਪਹਿਰ ਔਰ ਸ਼ਾਮ। ਸੰਧਿਆ 3 ਟਾਈਮ ਹੁੰਦੀ ਹੈ। ਤੇ ਪੰਜਾਬੀ ਦੇ ਅੰਦਰ ਜੋ ਸੰਧਿਆ ਸ਼ਬਦ ਹੈ, ਇਹ ਸਿਰਫ ਸ਼ਾਮ ਵਾਸਤੇ ਵਰਤਿਆ ਜਾਂਦਾ ਹੈ ਕਿ ਸੰਧਿਆ ਹੋ ਗਈ ਮਤਲਬ ਸ਼ਾਮ ਹੋ ਗਈ। ਤੇ ਹਿੰਦੀ ਦੇ ਵਿੱਚ ਜਿਹੜਾ ਸੰਧਿਆ ਸ਼ਬਦ ਹੈ, ਇਹ ਪੂਜਾ ਪਾਠ ਵਾਸਤੇ ਵਰਤਿਆ ਜਾਂਦਾ ਹੈ ਔਰ 3 ਟਾਈਮ ਹੁੰਦੀ ਹੈ, ਸਵੇਰ, ਦੁਪਹਿਰ ਔਰ ਸ਼ਾਮ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਇਹ ਜੋ ਤ੍ਰਿਕਾਲਾਂ ਦੀ ਪ੍ਰਾਰਥਨਾ ਹੈ, ਉਹ ਸੰਧਿਆ ਸਵੇਰ, ਦੁਪਹਿਰ ਤੇ ਸ਼ਾਮ ਦੀ ਪੂਜਾ ਕਬੂਲ ਹੈ, ਜਿਸ ਨਾਲ ਪਿਆਰਾ ਪ੍ਰਭੂ ਚੇਤੇ ਆਏ, ਰੱਬ ਦੇ ਗੁਣ ਚੇਤੇ ਆਉਣ, ਰੱਬੀ ਰਜ਼ਾ ਦਾ ਖਿਆਲ ਆਏ, ਰੱਬੀ ਰਜ਼ਾ ਦੀ ਸਮਝ ਆਏ, ਰੱਬ ਦੇ ਨਾਲ ਪ੍ਰੀਤ ਬਣੇ, ਹਰ ਇਨਸਾਨ ਦੇ ਅੰਦਰ ਬੰਦਾ ਰੱਬ ਨੂੰ ਵੇਖ ਸਕੇ ਔਰ ਰੱਬੀ ਗੁਣ ਰੱਬ ਸਾਡੇ ਮਨ ਚਿੱਤ ਦੇ ਅੰਦਰ ਆ ਕੇ ਵਸੇ। ਸੰਧਿਆ ਉਹ ਪ੍ਰਵਾਨ ਹੈ। ਤੇ ਜੇ ਕੇਵਲ ਧੂਪ ਬੱਤੀ ਹੀ ਜਗਾਣੀ ਹੈ ਜਾਂ ਹੋਰ ਛੋਟੇ ਮੋਟੇ ਕਰਮ ਹੀ ਕਰਨੇ ਨੇ, ਤਾਂ ਉਸ ਸੰਧਿਆ ਦਾ ਕੋਈ ਲਾਭ ਨਹੀਂ ਹੈ। ਅਸਲੀ ਸੰਧਿਆ ਉਹ ਹੈ, ਅਸਲੀ ਪੂਜਾ, ਅਸਲੀ ਸੇਵਾ ਉਹ ਹੈ ਜੋ ਪ੍ਰਭੂ ਨੂੰ ਸਾਡੇ ਹਿਰਦੇ ਦੇ ਅੰਦਰ ਵਸਾ ਦੇਵੇ। ਹਰਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੇ। ਸੰਧਿਆ ਉਹੀ ਪ੍ਰਵਾਨ ਹੈ ਕਿ ਹਰੀ ਦੇ ਨਾਲ ਸਾਡੀ ਪ੍ਰੀਤ ਪੈਦਾ ਹੋ ਜਾਏ ਔਰ ਜਿਹੜਾ ਮਾਇਆ ਦਾ ਮੋਹ ਹੈ ਉਹ ਸਾਡੇ ਅੰਦਰੋਂ ਸੜ ਜਾਏ, ਮਾਇਆ ਦਾ ਮੋਹ ਸੜ ਜਾਏ। ਮਾਇਆ ਕੀ ਹੈ? ਮੈਂਟੈਲਿਟੀ, ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹ ਸੋਚ ਸੜ ਜਾਏ ਔਰ ਪ੍ਰਭੂ ਦੀ ਪ੍ਰੀਤ ਅੰਦਰ ਪੈਦਾ ਹੋ ਜਾਏ, ਸ਼ੁਭ ਗੁਣਾਂ ਦੀ ਪ੍ਰੀਤ ਅੰਦਰ ਪੈਦਾ ਹੋ ਜਾਏ, ਉਹਨੂੰ ਅਸੀਂ ਸੰਧਿਆ ਕਹਿ ਸਕਦੇ ਹਾਂ। ਉਹ ਸੰਧਿਆ ਪ੍ਰਵਾਨ ਹੈ। ਗੁਰ ਪ੍ਰਸਾਦੀ ਦੁਬਧਾ ਮਰੈ, ਮਨਵਾ ਅਸਥਿਰ ਸੰਧਿਆ ਕਰੇ ਵਿਚਾਰ। ਦੁਬਧਾ ਦਾ ਮਤਲਬ ਦੋ ਚਿਤਾਪਨ, ਦ્વੈਤ ਭਾਵ, ਮੇਰ ਤੇਰ ਦੇ ਵਿਤਕਰੇ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਦੁਬਧਾ ਦਾ ਮਤਲਬ ਦੋ ਵਿਦਾ, ਦੋ ਤਰ੍ਹਾਂ ਦਾ, ਅੰਦਰੋਂ ਹੋਰ ਬਾਹਰੋਂ ਹੋਰ। ਅੰਦਰ ਸੋਚ ਮਾੜੀ ਹੈ, ਬਾਹਰੋਂ ਪਹਿਨਾਵਾ ਧਾਰਮਿਕ ਪਹਿਨਿਆ ਹੋਇਆ ਹੈ। ਅੰਦਰ ਸੋਚ ਮਾੜੀ ਹੈ, ਬਾਹਰੋਂ ਕੁਛ ਹੋਰ ਵਿਖਾਵਾ ਕਰ ਰਿਹਾ ਹੈ, ਇਹਨੂੰ ਕਹਿੰਦੇ ਨੇ ਦੁਬਧਾ। ਔਰ ਮੇਰ ਤੇਰ ਦੇ ਵਿਤਕਰੇ, ਇਹਨੂੰ ਕਹਿੰਦੇ ਨੇ ਦੁਬਧਾ। ਗੁਰੂ ਜੀ ਕਹਿੰਦੇ ਨੇ, ਸਤਿਗੁਰ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦੁਬਧਾ ਮਰ ਜਾਏ। ਮਨਵਾ ਅਸਥਿਰ, ਅਸਥਿਰ ਦਾ ਮਤਲਬ ਸਥਿਰ, ਔਰ ਮਨ ਟਿਕ ਜਾਏ, ਮਨ ਟਿਕ ਜਾਏ। ਸੰਧਿਆ ਕਰੇ ਵਿਚਾਰ, ਔਰ ਉਹ ਵਿਚਾਰ ਕਰੇ ਸੱਚ ਦੀ। ਅਸਲੀ ਸੰਧਿਆ ਇਹ ਹੈ, ਸੱਚ ਨੂੰ ਆਪਣੇ ਮਨ ਦੇ ਅੰਦਰ ਵਿਚਾਰੇ, ਆਪਣੇ ਵਿਚਾਰ ਮੰਡਲ ਵਿੱਚ ਸੱਚ ਨੂੰ ਵਸਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੰਧਿਆ ਹੈ ਅਸਲ ਦੇ ਅੰਦਰ, ਕਿ ਗੁਰੂ ਦੀ ਕਿਰਪਾ ਰਾਹੀਂ ਸਾਡੇ ਅੰਦਰੋਂ ਦੁਬਧਾ ਮਰ ਜਾਏ, ਮਨਵਾ ਸੱਚ ਦੇ ਉੱਤੇ ਸਥਿਰ ਹੋ ਜਾਏ ਔਰ ਬੰਦਾ ਸੱਚ ਦੀ ਵਿਚਾਰ ਕਰੇ, ਸੱਚ ਨੂੰ ਵਿਚਾਰੇ। ਇਹੀ ਸੰਧਿਆ ਹੈ, ਇਹੀ ਅਸਲੀ ਪੂਜਾ ਹੈ, ਇਹੀ ਅਸਲੀ ਭਗਤੀ ਹੈ, ਇਹੀ ਬੰਦਗੀ ਹੈ। ਨਾਨਕ ਸੰਧਿਆ ਕਰੇ ਮਨਮੁਖੀ, ਜੀਉ ਨਾ ਟਿਕੈ, ਮਰ ਜੰਮੇ ਹੋਈ ਖੁਆਰ। ਪਰ ਗੁਰੂ ਜੀ ਕਹਿੰਦੇ ਨੇ, ਮਨ ਦੇ ਪਿੱਛੇ ਤੁਰਨ ਵਾਲਾ ਸੰਧਿਆ ਕਰਦਾ ਹੈ। ਆਪ ਹੁਦਰਾ ਮਨੁੱਖ ਜੋ ਰੱਬੀ ਰਜਾ ਵਿੱਚ ਨਹੀਂ ਚੱਲ ਰਿਹਾ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਬਿਤਾ ਰਿਹਾ, ਜੋ ਸਾਰਿਆਂ ਦੇ ਅੰਦਰ ਪ੍ਰਭੂ ਦੀ ਜੋਤ ਨੂੰ ਨਹੀਂ ਵੇਖਦਾ, ਜਿਸ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਟਿਕੇ ਹੋਏ ਨੇ,
गुरु जी कहते ने ऐसी जिहड़ी संध्या है, ऐसी जिहड़ी पाठ पूजा है विच आए विकारां वाली, और अंदर ये विकार भी टिके ने ते बाहरों पाठ पूजा भी कर रहा है, वो संध्या प्रवान नहीं हुंदी। नानक संध्या करे मनमुखी, ऐसी पूजा अर्चना करन दे नाल जीओ ना टिके, मन टिकदा नहीं, मन विच टिकाव नहीं आउंदा। मर जम्मे होए खुआर, मर जम्मे का मतलब वो जमदा है और मर जाता है, खुआर का मतलब खुआर हुंदा है। मर जम्मे का मतलब जन्म तो लैके मरण तक सारा जीवन ही वो बंदा खुआर हुंदा है। कौन? बेशक वो बाहरी तौर पर पाठ पूजा कर रहा है किसी मूर्ति अगे, चाहे वो कागज की है या पत्थर की है, ਉਹਦੇ अगे तो बत्ती भी दिखाता है, घड़ी बैठ के अपना कोई मंत्र रटन भी करता है, और धूप बत्तियां भी दिखाता है, भोग भी लवाता है, ਜਾਂ होर ऐसे कर्म भी करता है। लेकिन मन के अंदर टिकाव नहीं है, मन के अंदर विकार ने, तो ऐसा मनुख सारी जिंदगी खुआर ही हुंदा रहिंदा है। ਉਹਦੇ जीवन अंदर शांति नहीं आउंदी, उसके जीवन के अंदर इंसानियत पैदा नहीं हुंदी, और वो खुआर ही हुंदा है, भटकदा ही फिरदा है। महला तीजा, प्रियो प्रियो करती सब जग फिरी, मेरी प्यास ना जाए। प्रियो का मतलब प्यारा प्यारा, प्यारा प्रभु कूकदी हुई मैं सारे जगत विच फिरदी रही। यानी मैं प्रभु नूं जंगलां दे अंदर, संसार दे अंदर लभदा रहा, प्यारा प्यारा करदा कि मैनूं प्यारा मिले, रब मिले, और जंगलां दे विच विचरदा रहा, बाहर विचरदा रहा, मैं अनेकां कर्म करदा रहा। मेरी प्यास ना जाए, पर गुरु जी कहते ने पर मेरी प्यास दूर नहीं सी हुई, मेरी प्यास नहीं सी जाती, मेरी प्यास नहीं सी गई। भाव कि जे जंगलां जो है बेलियां दे विच मैं प्रभु नूं लभदा फिरां, संसार दा त्याग कर जावां, वर्त नराते श्राद्ध करदा रहां, तीर्थां ते नहाउंदा रहां, समाधियां लांदा रहां, ऐसे कर्म करदा रहां, तां इन्हां कर्मां दे नाल मेरी प्यास नहीं बुझदी, किसी दे भी मन दे अंदर शांति नहीं आउंदी। फिर आखिर प्यास किवें बुझी, और प्यास बुझाउण दा शांति दा राह की है? नानक सतगुर मिले, मेरी प्यास गई, फिर पाया घर आए। फिर दा मतलब पति, सतगुर मिले दा मतलब सतगुरु नूं मिलिया, सतगुरु दी शरण विच जाया। फिर मैं अपनी भटकना नूं छड्ड के, अपनी मत नूं छड्ड के, अपनी सोच नूं छड्ड के गुरु दे चरनां दी शरण लई। ते जदों मैं गुरु दे चरनां दी शरण लई, गुरु तो वे ऑफ लाइफ प्राप्त किया, गुरु दे सिद्धांतां ते अमल किया, मेरी प्यास गई ते मेरी प्यास चली गई। फिर पाया घर आए, घर आए दा मतलब घर विच आन के मैं रब नूं पा लिया। मैं बाहर भटकदा फिरदा सी, बाहर लभदा फिरदा सी, बाहर लभदा नहीं सी। बाहर मैं शांति लभदा सी, शांति लभदी नहीं सी। बाहर रब नूं लभदा सी, रब लभदा नहीं सी। पर जदों मैं गुरु दे नाल मिलिया, गुरु दे दसे राहां ते तुरिया, गुरु दे ज्ञान राही मैनूं समझ पई कि रब मेरे अंदर है, मैं अपने अंदर टिकिया, अपने अंतरात्मे दा पड़चोल कीती, तां मैनूं प्रभु मिल गया, मैनूं शांति मिल गई, मेरी प्यास बुझ गई, विकारां वाली भटकना मेरी खत्म हो गई, क्योंकि सारी शांति खुशी मेरे अंदर सी ना, हर इंसान दे अंदर है। जिवें आपां रोज बहुत साधारण बोली दे विच बेनतियां कर रहे हां एक दूजे दे नाल कि हर इंसान दे अंदर सच, संतोख, दया, धर्म, धीरज, इंसानियत, ज्ञान, वैराग, निमानता, ये सब चीज़ां साडे अंदर पईयां ने। ये गुण हर इंसान दे अंदर ने। ते जे इन्हां गुणां नूं असीं यूज करिए मन, वचन, कर्म करके, मानसिकता विच भी साडे ये गुण आ जाण, बोलां विच भी ये गुण आ जाण, और बिहेवियर विच भी ये गुण आ जाण, तां शांति आ जाएगी, तां मन शांत हो जाएगा, जीवन विच शांति आ जाएगी, जीवन विच खुशी आ जाएगी, विकारां वल दी दौड़ भज बुझ जाएगी, और इन्हां गुणां नूं पा लेना ही रब नूं पा लेना। गुणां दा मुजस्मा है ना रब, गुण निधान भगतन को बरतन। तां गुरु जी कहंदे ने प्यास चली जाएगी जे तुसी गुरु दे दसे राह ते चलोगे, विकारां दी भटकना मिट जाएगी, शांति आ जाए। पौड़ी, आपे तंत परम तंत सब आपे, आपे ठाकुर दास पया। तंत शब्द दे गुरबाणी विच कई सारे अर्थ ने, पर इत्थे तंत दा अर्थ है तत्त।
ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਹੀ ਤੱਤ ਹੈ, ਤੇ ਪਰਮ ਤੱਤ ਦਾ ਮਤਲਬ ਆਪ ਹੀ ਤੱਤਾਂ ਦਾ ਤੱਤ। ਪੰਜ ਤੱਤ ਨੇ ਨਾ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰੇ ਹੋ ਜੇ ਕਿਛ ਕੀਤਾ ਹੋਵੇ। ਆਪ ਹੀ ਤੱਤ ਰੂਪ ਹੈ ਔਰ ਆਪ ਹੀ ਇਹਨਾਂ ਤੱਤਾਂ ਦਾ ਮੂਲ ਹੈ। ਪਰਮ ਤੱਤ ਦਾ ਮਤਲਬ ਇਹਨਾਂ ਤੱਤਾਂ ਦਾ ਮੂਲ ਵੀ ਆਪ ਹੀ ਹੈ। ਆਪੇ ਠਾਕੁਰ ਦਾਸ ਭਇਆ, ਪ੍ਰਭੂ ਆਪ ਹੀ ਠਾਕੁਰ ਹੈ ਤੇ ਆਪ ਹੀ ਦਾਸ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਗੁਰਬਾਣੀ ਰੱਬ ਨੂੰ ਸਰਬ ਵਿਆਪਕ ਮੰਨਦੀ ਹੈ। ਇਹ ਸਾਰਾ ਦਿਸਦਾ ਹੋਇਆ ਜਗਤ ਇਹ ਰੱਬ ਦਾ ਹੀ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਕਦੀ ਵੀ ਅਸੀਂ ਰੱਬ ਦੇ ਨਾਲੋਂ ਵੱਖਰੇ ਨਹੀਂ ਹਾਂ। ਰੱਬ ਦੇ ਨਾਲੋਂ ਵੱਖਰੀ ਸਾਡੀ ਹੋਂਦ ਹੋ ਹੀ ਨਹੀਂ ਸਕਦੀ। ਰੱਬ ਨਾਲੋਂ ਆਪਣੀ ਹੋਂਦ ਵੱਖਰੀ ਮੰਨਣ ਦਾ ਨਾਮ ਹੀ ਹਉਮੈ ਹੈ। ਹਉਮੈ ਇਹ ਜਾਤ ਹੈ। ਰੱਬ ਨਾਲੋਂ ਆਪਣੀ ਵੱਖਰੀ ਹਸਤੀ ਮੰਨ ਲੈਣਾ ਹੀ ਤੇ ਹਉਮੈ ਹੈ ਕਿ ਮੈਂ ਰੱਬ ਨਾਲੋਂ ਵੱਖਰਾ। ਇੱਕ ਬੂੰਦ ਜਾਂ ਇੱਕ ਲਹਿਰ ਜੋ ਸਮੁੰਦਰ ਦੇ ਵਿੱਚ ਉੱਠ ਰਹੀ ਹੈ, ਉਹ ਮਾਣ ਕਰੇ ਕਿ ਮੈਂ ਸਮੁੰਦਰ ਤੋਂ ਵੱਖਰੀ ਹਾਂ, ਤਾਂ ਇਹ ਅਗਿਆਨਤਾ ਹੋਏਗੀ ਨਾ। ਲਹਿਰ ਸਮੁੰਦਰ ਤੋਂ ਵੱਖਰੀ ਹੋ ਹੀ ਨਹੀਂ ਸਕਦੀ, ਲਹਿਰ ਦੀ ਹੋਂਦ ਹੀ ਨਹੀਂ। ਜੇ ਸੋਨੇ ਦੇ ਗਹਿਣੇ ਮਾਣ ਕਰਨ ਕਿ ਸਾਡੀ ਹੋਂਦ ਸੋਨੇ ਤੋਂ ਵੱਖਰੀ ਹੈ, ਅਸੀਂ ਸੋਨੇ ਤੋਂ ਵੱਖਰੇ ਹਾਂ, ਸੋਨੇ ਤੋਂ ਬਿਨਾਂ ਵੀ ਅਸੀਂ ਬਣ ਸਕਦੇ ਹਾਂ, ਕਿਵੇਂ ਬਣ ਜਾਣਗੇ? ਸੋਨੇ ਤੋਂ ਵੱਖਰੀ ਗਹਿਣਿਆਂ ਦੀ ਕੋਈ ਹੋਂਦ ਨਹੀਂ ਹੈ। ਜੋ ਸੋਨੇ ਦੇ ਗਹਿਣੇ ਨੇ ਉਹ ਸੋਨਾ ਹੀ ਨੇ। ਸਮੁੰਦਰ ਦੀਆਂ ਲਹਿਰਾਂ ਬੁਲਬੁਲੇ ਸਮੁੰਦਰ ਦਾ ਹੀ ਰੂਪ ਨੇ। ਇਸੇ ਤਰ੍ਹਾਂ ਅਸੀਂ ਸਾਰੇ ਰੱਬ ਦਾ ਹੀ ਰੂਪ ਆ, ਉਹਦੇ ਤੋਂ ਵੱਖਰੇ ਨਹੀਂ ਆ, ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ। ਤਾਂ ਜਦੋਂ ਸਰਬ ਵਿਆਪਕ ਹੈ ਤਾਂ ਆਪ ਠਾਕੁਰ ਵੀ ਹੈ, ਆਪ ਦਾਸ ਵੀ ਹੈ। ਆਪੇ 10-8 ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਲਿਆ। 8-10 ਦਾ ਮਤਲਬ ਜੋ 18 ਵਰਨ ਨੇ। ਉਪਾਇਨ ਦਾ ਮਤਲਬ ਪੈਦਾ ਕੀਤੇ ਨੇ। ਆਪ ਬ੍ਰਹਮ ਆਪ ਹੀ ਪ੍ਰਭੂ ਹੈ। ਆਪ ਰਾਜ ਲਿਆ ਦਾ ਮਤਲਬ ਸ੍ਰਿਸ਼ਟੀ ਦਾ ਰਾਜ ਲਿਆ ਹੈ। ਪ੍ਰਭੂ ਨੇ ਆਪ ਹੀ 18 ਵਰਨ ਬਣਾਏ ਨੇ, ਭਾਵ ਜਿੰਨੇ ਵੀ ਵਰਨ ਮੰਨੇ ਗਏ ਨੇ ਨਾ, ਕਿਉਂਕਿ ਇਹ ਬੰਦੇ ਦੀ ਘਾੜਤ ਹੈ, ਲੇਕਿਨ ਉਹ 18 ਦੇ 18 ਵਰਨ ਜੋ ਬੰਦੇ ਨੇ ਮੰਨੇ ਨੇ, ਉਹ ਸਾਰੇ ਪ੍ਰਭੂ ਦੀ ਰਚਨਾ ਹੈ। ਸਾਰਿਆਂ ਵਿੱਚ ਪ੍ਰਭੂ ਆਪ ਸਮਾਇਆ ਹੈ। ਆਪ ਬ੍ਰਹਮ ਆਪ ਹੀ ਉਹ ਪ੍ਰਭੂ ਹੈ ਤੇ ਆਪ ਹੀ ਸਾਰੀ ਸ੍ਰਿਸ਼ਟੀ ਦਾ ਉਹਨੇ ਰਾਜ ਲਿਆ ਹੋਇਆ ਹੈ। ਇਹ ਜੋ 18 ਵਰਨ ਨੇ, ਇਹਨਾਂ ਬਾਰੇ ਜੋ ਸ਼੍ਰੋਮਣੀ ਕਮੇਟੀ ਨੇ ਦੇ ਵਿਦਵਾਨਾਂ ਨੇ ਨੋਟ ਦਿੱਤਾ ਹੈ, ਉਹ ਮੈਂ ਪੜ੍ਹ ਕੇ ਆਪ ਨੂੰ ਸੁਣਾ ਰਿਹਾ। ਸੇਮ ਉਸੇ ਤਰ੍ਹਾਂ ਹੀ ਇਹਦਾ 18 ਵਰਨ ਦਾ 10-8 ਵਰਨ ਦਾ ਜੋ ਅਰਥ ਕਰ ਰਹੇ ਨੇ, ਉਹ ਇਹ ਅਰਥ ਕਰ ਰਹੇ ਨੇ ਕਿ 18 ਜਾਤਾਂ, ਯਾਨੀ 4 ਤੇ ਹੋ ਗਈਆਂ ਬ੍ਰਾਹਮਣ, ਕਸ਼ਤਰੀ, ਸ਼ੂਦਰ ਔਰ ਵੈਸ਼, ਤੇ 6 ਹੋ ਗਏ ਬ੍ਰਾਹਮਣ, ਛਤਰੀ, ਵੈਸ਼ ਦੀ ਸੰਤਾਨ ਜੋ ਆਪਣੇ ਤੋਂ ਨਿਚਲੇ ਵਰਨਾਂ ਦੀ ਇਸਤਰੀ ਤੋਂ ਪੈਦਾ ਹੋਈ ਨੇ। ਤੇ ਅੱਗੇ ਨੇ ਸ਼ੂਦਰ, ਵੈਸ਼ ਤੇ ਛਤਰੀ ਦੀ ਸੰਤਾਨ ਆਪਣੇ ਤੋਂ ਉਤਲੇ ਵਰਨਾਂ ਦੀ ਇਸਤਰੀ ਤੋਂ ਜੋ ਪੈਦਾ ਹੋਏ ਨੇ, ਪਲੱਸ ਵਰਨ ਸ਼ੰਕਰ ਇਸਤਰੀ ਪੁਰਸ਼ਾਂ ਦੇ ਮੇਲ ਤੋਂ ਪੈਦਾ ਹੋਏ ਤੇ ਨਾਲ ਕੁਆਰੀ ਕੰਨਿਆ ਤੋਂ ਜੋ ਪੈਦਾ ਹੋਏ ਨੇ। ਇਹ ਸਾਰੇ 18 ਵਰਨ ਉਹਨਾਂ ਨੇ ਦੱਸੇ ਨੇ ਜੋ ਆਮ ਵਿਦਵਾਨ ਲੋਕ ਮੰਨਦੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਰਿਆਂ ਦੇ ਸਾਰੇ ਮਨੁੱਖ ਮਾਤਰ ਪ੍ਰਭੂ ਨੇ ਆਪ ਪੈਦਾ ਕੀਤੇ ਨੇ। ਆਪ ਉਹ ਸਾਰਿਆਂ ਦਾ ਮਾਲਕ ਹੈ। ਆਪ ਸਾਰੀ ਕਾਇਨਾਤ ਦਾ ਉਸਨੇ ਰਾਜ ਲਿਆ ਹੋਇਆ ਹੈ, ਭਾਵ ਸਾਰਾ ਸੰਸਾਰ ਉਹਦੇ ਹੁਕਮ ਅੰਦਰ ਹੈ। ਆਪੇ ਮਾਰੇ ਆਪੇ ਛੋੜੈ, ਆਪੇ ਬਖਸ਼ੇ ਕਰੇ ਦਇਆ। ਆਪੇ ਮਾਰੇ ਦਾ ਮਤਲਬ ਆਪ ਹੀ ਮਾਰਦਾ ਹੈ, ਆਪ ਹੀ ਛੱਡਦਾ ਹੈ, ਆਪ ਹੀ ਬਖਸ਼ਦਾ ਹੈ, ਆਪ ਹੀ ਮਿਹਰ ਕਰਦਾ ਹੈ। ਯਾਨੀ ਜੀਵਨ ਔਰ ਮੌਤ ਇਹ ਸਭ ਰੱਬੀ ਹੁਕਮ ਦੇ ਅੰਦਰ ਹੈ। ਬਖਸ਼ਿਸ਼ ਮਿਹਰ ਇਹ ਸਭ ਰੱਬੀ ਹੁਕਮ ਦੇ ਅੰਦਰ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਇਸ ਦੁਨੀਆ ਦੇ ਜੀਵਾਂ ਨੂੰ ਕੋਈ ਵੱਖਰਾ ਦੇਵਤਾ ਮਾਰਨ ਵਾਲਾ ਨਹੀਂ, ਕੋਈ ਵੱਖਰਾ ਦੇਵਤਾ ਪੈਦਾ ਕਰਨ ਵਾਲਾ ਨਹੀਂ, ਕੋਈ ਵੱਖਰਾ ਦੇਵਤਾ ਪਾਲਣਾ ਕਰਨ ਵਾਲਾ ਨਹੀਂ। ਇਹ ਸਭ ਕੁਝ ਰੱਬੀ ਹੁਕਮ ਦੇ ਅੰਦਰ, ਲਾ ਆਫ ਨੇਚਰ ਦੇ ਅੰਦਰ ਹੋ ਰਿਹਾ ਹੈ। ਤਾਂ ਉਹ ਆਪ ਹੀ ਮਾਰਨ ਵਾਲਾ, ਆਪ ਛੱਡਣ ਵਾਲਾ, ਆਪ ਬਖਸ਼ਣ ਵਾਲਾ, ਆਪ ਦਇਆ ਕਰਨ ਵਾਲਾ ਹੈ, ਭਾਵ ਕਿ ਉਹ ਸਰਬ ਵਿਆਪਕ ਹੈ। ਆਪ ਅਭੁੱਲ ਨਾ ਭੁੱਲੇ ਕਭੀ, ਸਭ ਸੱਚ ਤਪਾਵਸ ਸੱਚ ਥੀਆ। ਤਪਾਵਸ ਦਾ ਮਤਲਬ ਹੁੰਦਾ ਹੈ ਨਿਆਂ, ਇਨਸਾਫ। ਆਪ ਅਭੁੱਲ, ਰੱਬ ਅਭੁੱਲ ਹੈ, ਯਾਨੀ ਉਹਦੀ ਜੋ ਕਾਇਨਾਤ ਹੈ ਨਾ, ਇਹਦੇ ਅੰਦਰ ਕੋਈ ਕਮੀ ਪੇਸ਼ੀ ਨਹੀਂ ਹੈ।
ਤੇ ਇੱਥੇ ਕਿਤੇ ਕੋਈ ਭੁੱਲ ਹੋਈ ਹੋਵੇ। ਉਹ ਭੁੱਲਣ ਵਿੱਚ ਨਹੀਂ ਹੈ ਵੀ ਕੋਈ ਭੁੱਲ ਕਰ ਜਾਏ, ਕੋਈ ਗਲਤੀ ਕਰ ਜਾਏ, ਐਸਾ ਨਹੀਂ ਹੈ। ਭੁੱਲ ਹੈ ਨਾ, ਭੁੱਲੇ ਕਭੀ, ਔਰ ਉਹ ਕਦੇ ਵੀ ਨਹੀਂ ਭੁੱਲਦਾ। ਸਭ ਸੱਚ ਤਪਾਵਤ ਸੱਚ ਥੀਆ, ਉਹ ਖੁਦ ਵੀ ਸੱਚ ਸਰੂਪ ਹੈ ਤੇ ਉਹਦਾ ਇਨਸਾਫ ਵੀ ਸੱਚ ਹੈ। ਯਾਨੀ ਇਨਸਾਫ ਜਿਹੜਾ ਹੈ, ਰੱਬ ਦਾ ਇਨਸਾਫ ਜੋ ਹੈ ਉਹ ਬਿਲਕੁਲ ਸੱਚ ਹੈ, ਉਹਦੇ ਅੰਦਰ ਕੋਈ ਕਮੀ ਪੇਸ਼ੀ ਨਹੀਂ ਹੈ। ਸਾਡੀਆਂ ਜੋ ਅਦਾਲਤਾਂ ਨੇ ਇਹਨਾਂ ਵਿੱਚ ਕਮੀ ਪੇਸ਼ੀ ਹੋ ਸਕਦੀ ਹੈ, ਕਿਉਂਕਿ ਜੱਜ ਨੂੰ ਗਵਾਹ ਚਾਹੀਦੇ ਨੇ। ਜੇ ਗਵਾਹ ਨਹੀਂ ਮੌਕੇ ਦੇ ਤਾਂ ਉਹਨੇ ਗਵਾਹਾਂ ਦੇ ਬੇਸ ਦੇ ਉੱਤੇ ਹੀ, ਪਰ ਜੋ ਪ੍ਰਮਾਣ ਨੇ ਉਹਨਾਂ ਦੇ ਬੇਸ ਤੇ ਹੀ ਫੈਸਲਾ ਦੇਣਾ ਹੈ। ਜੇ ਉਹ ਸਬੂਤ ਸਹੀ ਢੰਗ ਦੇ ਨਾਲ ਨਹੀਂ ਪੇਸ਼ ਕੀਤੇ ਜਾ ਸਕੇ ਤਾਂ ਜੱਜ ਸਹਿਬਾਨ ਤੋਂ ਕੋਈ ਫੈਸਲਾ ਕਰਨ ਲੱਗਿਆ ਗਲਤੀ ਹੋ ਸਕਦੀ ਹੈ। ਨੰਬਰ 2, ਇੱਥੇ ਰਿਸ਼ਵਤਖੋਰੀ ਵੀ ਚੱਲ ਸਕਦੀ ਹੈ ਔਰ ਰਾਜਨੀਤਿਕ ਦਬਾਅ ਵੀ ਚੱਲ ਸਕਦਾ ਹੈ ਔਰ ਕਿਤੇ ਫੈਸਲੇ ਦੇ ਵਿੱਚ ਗਲਤੀ ਵੀ ਹੋ ਸਕਦੀ ਹੈ। ਸਾਰੀਆਂ ਉਮੀਦਾਂ ਨੇ ਕਿ ਸੱਚਾ ਨਿਆਂ ਨਾ ਮਿਲਣਾ, ਇਹ ਉਮੀਦ ਕੀਤੀ ਜਾ ਸਕਦੀ ਹੈ ਸਾਡੀਆਂ ਦੁਨਿਆਵੀ ਅਦਾਲਤਾਂ ਵਿੱਚ, ਕਿਉਂਕਿ ਬੰਦਾ ਭੁੱਲਣਹਾਰ ਹੈ ਔਰ ਕਿਤੇ ਜਾਣ-ਬੁੱਝ ਕੇ ਕੁਝ ਗੜਬੜ ਕਰ ਜਾਂਦਾ ਹੈ। ਲੇਕਿਨ ਰੱਬੀ ਕੁਦਰਤ ਦੇ ਅੰਦਰ ਜੋ ਨਿਆਂ ਹੋ ਰਿਹਾ ਹੈ, ਉੱਥੇ ਰੰਚਕ ਮਾਤਰ ਵੀ ਕੋਈ ਭੁੱਲ ਨਹੀਂ ਹੈ, ਬਿਲਕੁਲ ਸੱਚਾ ਨਿਆਂ ਹੋ ਰਿਹਾ ਹੈ। ਜੇ ਅਸੀਂ ਨੈਗੇਟਿਵ ਸੋਚਦੇ ਹਾਂ ਤਾਂ ਸਾਡੇ ਅੰਦਰ ਨੈਗੇਟਿਵਿਟੀ ਆ ਜਾਂਦੀ, ਇੱਕ ਸੱਚਾ ਨਿਆਂ ਹੈ, ਇੱਕ ਨੇਮ ਚੱਲ ਰਿਹਾ ਹੈ। ਜੇ ਅਸੀਂ ਪੋਜ਼ਿਟਿਵ ਸੋਚਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਆ ਜਾਂਦੀ, ਇੱਕ ਸੱਚਾ ਨਿਆਂ ਹੈ, ਇਹਦੇ ਵਿੱਚ ਰੰਚਕ ਮਾਤਰ ਵੀ ਊਣਤਾ ਹੀ ਨਹੀਂ ਹੈ। ਜੇ ਮੈਂ ਆਪਣੇ ਅੰਦਰ ਈਰਖਾ ਦਵੈਸ਼, ਤੁਹਾਡੇ ਨਾਲ ਵੈਰ ਵਿਰੋਧ ਪਾਲਦਾ ਹਾਂ ਤਾਂ ਮੇਰੇ ਸੰਬੰਧ ਜਿਹੜੇ ਨੇ ਮਿਠਾਸ ਭਰੇ ਨਹੀਂ ਹੋਣਗੇ, ਬਿਲਕੁਲ ਸੱਚਾ ਨਿਆਂ ਹੈ। ਔਰ ਜੇ ਸਾਡਾ ਆਪਸੀ ਸੰਬੰਧ ਜਿਹੜਾ ਭੈਣਾਂ ਭਰਾਵਾਂ ਦਾ ਹੈ, ਪਿਆਰ ਵਾਲਾ, ਇਮਾਨਦਾਰੀ ਵਾਲਾ ਹੈ, ਤਾਂ ਉਹਦੇ ਵਿੱਚੋਂ ਸੁਖ ਸ਼ਾਂਤੀ ਆਨੰਦ ਖੇੜਾ ਉਪਜੇਗਾ। ਇਹ ਬਿਲਕੁਲ ਸੱਚਾ ਨਿਆਂ ਹੈ। ਯਾਨੀ ਜੋ ਰੱਬੀ ਹੁਕਮ ਹੈ, ਜੋ ਰੱਬੀ ਸਿਸਟਮ ਹੈ, ਉਹ ਬਿਲਕੁਲ ਸੱਚਾ ਹੈ, ਉਹਦੇ ਅੰਦਰ ਕੋਈ ਊਣਤਾ ਹੀ ਨਹੀਂ ਹੈ। ਆਪੇ ਜਿਨ੍ਹਾਂ ਬੁਝਾਏ ਗੁਰਮੁਖ, ਤਿਨ ਅੰਦਰੋਂ ਦੂਜਾ ਭਰਮ ਗਿਆ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਦੂਜਾ ਭਰਮ ਦਾ ਮਤਲਬ ਜੋ ਮਾਇਆ ਵਾਲੀ ਭਟਕਣਾ ਹੈ, ਜੋ ਦ્વੈਤ ਵਾਲਾ ਭਰਮ ਹੈ ਕਿ ਰੱਬ ਤੋਂ ਇਲਾਵਾ ਵੀ ਅਸੀਂ ਵੱਖਰੇ ਹਾਂ, ਜਾਂ ਰੱਬ ਕਿਤੇ ਇਸ ਦੁਨੀਆ ਤੋਂ ਵੱਖਰਾ ਹੈ, ਜਾਂ ਦੂਈ ਦ્વੈਤ ਹੈ, ਮੇਰ ਤੇਰ ਦੇ ਵਿਤਕਰੇ ਨੇ, ਭਟਕਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਮਿਲਾਂਦਾ ਹੈ, ਆਪੇ ਜਿਨ੍ਹਾਂ ਬੁਝਾਏ ਗੁਰਮੁਖ, ਸਤਿਗੁਰ ਦੀ ਰਾਹੀਂ ਜਿਨ੍ਹਾਂ ਨੂੰ ਆਪ ਸਮਝਾ ਦਿੰਦਾ ਹੈ, ਭਾਵ ਕਿ ਗੁਰੂ ਦੇ ਗਿਆਨ ਰਾਹੀਂ ਜਿਨ੍ਹਾਂ ਨੂੰ ਸਮਝ ਬਖਸ਼ਦਾ ਹੈ। ਤਿੰਨ ਅੰਦਰੋਂ ਦੂਜਾ ਭਰਮ ਗਿਆ, ਉਹਨਾਂ ਦੇ ਅੰਦਰੋਂ ਦ્વੈਤ ਔਰ ਭਟਕਣਾ ਮੁੱਕ ਜਾਂਦੀ ਹੈ। ਉਹਨਾਂ ਦੇ ਅੰਦਰ ਇਹ ਭਰਮ ਰਹਿੰਦਾ ਹੀ ਨਹੀਂ ਕਿ ਰੱਬ ਤੋਂ ਬਿਨਾਂ ਦੂਜਾ ਵੀ ਕੋਈ ਹੈ। ਉਹਨਾਂ ਦੇ ਅੰਦਰ ਇਹ ਭਰਮ ਰਹਿੰਦਾ ਹੀ ਨਹੀਂ ਕਿ ਰੱਬ ਇਸ ਦੁਨੀਆ ਤੋਂ ਬਿਨਾਂ ਉੱਤੇ ਵੀ ਕਿਤੇ ਬੈਠਾ ਹੈ। ਉਹਨਾਂ ਦੇ ਅੰਦਰ ਐਸਾ ਭਰਮ ਨਹੀਂ ਹੈ, ਉਹਨਾਂ ਦੇ ਅੰਦਰ ਭੁਲੇਖਾ ਨਹੀਂ ਹੈ। ਉਹ ਸੰਸਾਰ ਦੀ, ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ ਔਰ ਉਹ ਅਸਲੀਅਤ ਨੂੰ ਸਮਝ ਕੇ ਸੱਚ ਦੇ ਨਾਲ ਜੁੜਦੇ ਨੇ। ਫਿਰ ਉਹਨਾਂ ਦੇ ਅੰਦਰ ਦ્વੈਤ ਨਹੀਂ ਹੈ, ਮੇਰ ਤੇਰ ਦੇ ਵਿਤਕਰੇ ਨਹੀਂ ਹਨ। ਉਹ ਭਾਈ ਕਨਈਏ ਦੀ ਤਰ੍ਹਾਂ ਵਿਚਰਦੇ ਨੇ, ਭਗਤ ਪੂਰਨ ਸਿੰਘ ਦੀ ਤਰ੍ਹਾਂ ਵਿਚਰਦੇ ਨੇ। ਉਹਨਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹਨ। ਉਹਨਾਂ ਦੇ ਅੰਦਰੋਂ ਦੂਜਾ ਤਾਂ ਖਤਮ ਹੀ ਹੋ ਜਾਂਦਾ ਹੈ। ਉਹ ਅੰਦਰੋਂ ਔਰ ਬਾਹਰੋਂ ਇੱਕ ਹੁੰਦੇ ਨੇ। ਉਹਨਾਂ ਦੇ ਅੰਦਰ ਦ્વੈਤ ਨਹੀਂ ਹੁੰਦੀ ਕਿ ਅੰਦਰੋਂ ਹੋਰ ਹੋਣ ਤੇ ਬਾਹਰੋਂ ਹੋਣ। ਕੌਣ? ਜਿਨ੍ਹਾਂ ਨੂੰ ਗੁਰੂ ਰਾਹੀਂ ਸੂਝ ਬਖਸ਼ਦਾ ਹੈ। ਤਾਂ ਇਹਦਾ ਮਤਲਬ ਜੇ ਅਸੀਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਗੁਰੂ ਦੇ ਗਿਆਨ ਮੁਤਾਬਕ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੀਏ, ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਕਲ ਕਲੇਸ਼ ਔਰ ਮੇਰ ਤੇਰ ਦੇ ਵਿਤਕਰੇ, ਜਾਤੀਵਾਦ ਆਦਿਕ, ਇਹ ਸਾਰੇ ਮਿਟ ਸਕਦੇ ਨੇ ਔਰ ਰੱਬ ਤੋਂ ਵਖੇਵੇਂ ਦਾ ਭੁਲੇਖਾ ਮਿਟ ਸਕਦਾ ਹੈ। ਫਿਰ ਸਾਨੂੰ ਬੰਦਾ ਜਿਹੜਾ ਹੈ ਰੱਬ ਦੇ ਰੂਪ ਵਿੱਚ ਦਿਸੇਗਾ। ਫਿਰ ਬੰਦਾ ਬੰਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੇਗਾ ਜੇ ਉਹ ਗੁਰੂ ਦੇ ਗਿਆਨ ਨੂੰ ਇੰਪਲੀਮੈਂਟ ਕਰੇ। ਪ੍ਰੋਬਲਮ ਇੰਪਲੀਮੈਂਟ ਕਰਨ ਦੀ ਹੈ। ਇਹ ਜੋ ਵਿਚਾਰ ਮੈਂ ਗੁਰਬਾਣੀ ਦੀ ਆਪ ਦੇ ਨਾਲ ਸਾਂਝੀ ਕਰ ਰਿਹਾ ਹਾਂ, ਇਹ ਗੱਲਾਂ ਦਾ ਤੁਹਾਨੂੰ ਵੀ ਪਤਾ ਹੈ, ਹੋਰ ਵੀ ਲੋਕਾਂ ਨੂੰ ਪਤਾ ਹੈ ਕਿ ਰੱਬ ਸਾਰਿਆਂ ਦੇ ਵਿੱਚ ਵਸਦਾ ਹੈ। ਇਹਨਾਂ ਚੀਜ਼ਾਂ ਬਾਰੇ ਪਤਾ ਹੈ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਨਾ ਕਰਦੇ। ਜੋ ਗੁਰੂ ਨੇ ਸਾਨੂੰ ਗਿਆਨ ਦੀ ਦਾਤ ਬਖਸ਼ੀ ਹੈ, ਉਹਨੂੰ ਇੰਪਲੀਮੈਂਟ ਨਹੀਂ ਕਰਦੇ। ਤੇ ਜਦੋਂ ਕੋਈ ਇੰਪਲੀਮੈਂਟ ਨਹੀਂ ਕਰੇਗਾ ਤਾਂ ਫਿਰ ਉਹ ਪ੍ਰਾਪਤੀ ਹੋ ਨਹੀਂ ਪਾਏਗੀ। ਰਿਕੁਆਇਰਮੈਂਟ ਪੂਰੀ ਕਰਨੀ ਹੋਵੇਗੀ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਅੰਦਰੋਂ ਭਰਮ, ਭਟਕਣਾ, ਮੇਰ ਤੇਰ ਔਰ ਦੂਜਾ ਭਾਵ ਸਦਾ ਲਈ ਖਤਮ ਹੋ ਜਾਂਦਾ। ਸ਼ਲੋਕ ਮਹਿਲਾ ਪੰਜਵਾਂ। ਹਰ ਨਾਮ ਨਾ ਸਿਮਰਹਿ ਸਾਧ ਸੰਗ,
ਤੈ ਤਨ ਉੱਡੈ ਖੇਹ। ਹੁਣ ਇਹਦੇ ਅਰਥ ਤੈ ਤਨ ਉੱਡੈ ਖੇਹ ਦਾ ਮਤਲਬ ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਤੇਰੇ ਸਰੀਰ ਉੱਤੇ ਸਵਾ ਉੱਡੇਗੀ, ਭਾਵ ਕਿ ਤੇਰਾ ਸਰੀਰ ਨਾਸ ਹੋ ਜਾਏਗਾ। ਪਰ ਭਾਈ ਸਾਹਿਬ ਸਿੰਘ ਜੀ ਇਸ ਦੇ ਅਰਥ ਜੋ ਕਰ ਰਹੇ ਨੇ ਉਹ ਅਰਥ ਜ਼ਿਆਦਾ ਯੋਗ ਔਰ ਠੀਕ ਨੇ। ਹਰ ਨਾਮ ਨਾ ਸਿਮਰੈ ਸਾਧ ਸੰਗ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਆ ਕੇ, ਸਿਮਰੈ ਦਾ ਮਤਲਬ ਜੋ ਯਾਦ ਨਹੀਂ ਰੱਖਦੇ, ਹਰ ਨਾਮ ਦਾ ਮਤਲਬ ਹੁਕਮ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਨਹੀਂ ਲੈਂਦੇ ਔਰ ਰੱਬੀ ਹੁਕਮ ਨੂੰ ਯਾਦ ਨਹੀਂ ਰੱਖਦੇ, ਭਾਵ ਕੋ ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਗੁਰੂ ਦੇ ਦਿੱਤੇ ਗਿਆਨ ਦੀ ਵਰਤੋਂ ਨਹੀਂ ਕਰਦੇ। ਤੈ ਤਨ ਉੱਡੈ ਖੇਹ, ਤੈ ਦਾ ਮਤਲਬ ਉਹਨਾਂ ਦੇ, ਤਨ ਦਾ ਮਤਲਬ ਤਨ ਉੱਤੇ, ਤਨ ਤੇ, ਉਹਨਾਂ ਦੇ ਸਰੀਰ ਤੇ, ਉੱਡੈ ਖੇਹ ਦਾ ਮਤਲਬ ਸਵਾਹ ਪੈਂਦੀ, ਉਹਨਾਂ ਦੇ ਸਰੀਰ ਤੇ ਸਵਾਹ ਪੈਂਦੀ। ਹੁਣ ਸਵਾਹ ਪੈਣ ਦਾ ਮਤਲਬ ਇਹ ਨਹੀਂ ਕਿ ਉੱਡ ਕੇ ਉਹਨਾਂ ਤੇ ਸਵਾਹ ਪੈ ਜਾਂਦੀ ਹੈ। ਹੁਣ ਅੱਜ ਕੱਲ ਤਾਂ ਇਹਨਾਂ ਦੇਸ਼ਾਂ ਵਿੱਚ ਤੇ ਸਵਾਹ ਹੈ ਹੀ ਨਹੀਂ ਨਾ, ਸਾਰੇ ਲੋਕ ਗੈਸ ਸਿਲੰਡਰ ਵਗੈਰਾ ਬਿਜਲੀ ਯੂਜ਼ ਕਰਦੇ ਨੇ। ਇੱਥੇ ਸਵਾਹ ਪੈਣ ਦਾ ਮਤਲਬ ਹੈ ਕਿ ਉਹਨਾਂ ਦੀ ਬੇਪਤੀ ਹੁੰਦੀ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ। ਅਸੀਂ ਕਹਿੰਦੇ ਨਾ ਫਲਾਂ ਬੰਦੇ ਨੇ ਤੇ ਸਿਰ 'ਚ ਸਵਾਹ ਪਵਾ ਲਈ। ਹੁਣ ਸਿਰ 'ਚ ਸਵਾਹ ਪਵਾਉਣ ਦਾ ਮਤਲਬ ਇਹ ਨਹੀਂ ਕਿ ਚੁੱਲ੍ਹੇ 'ਚ ਲੈ ਕੇ ਸਵਾਹ ਸਿਰ ਵਿੱਚ ਪਵਾ ਲਈਏ, ਮਤਲਬ ਉਹਨੇ ਬਦਨਾਮੀ ਖੱਟ ਲਈ ਹੈ, ਕੋਈ ਉਹਨੇ ਐਸਾ ਕਰਮ ਕੀਤਾ ਹੈ ਜਿਸ ਦੇ ਨਾਲ ਉਹਦੀ ਇਨਸਲਟ ਹੋ ਰਹੀ ਹੈ, ਲੋਕ ਉਹਨੂੰ ਫਿਟਕਾਰਾਂ ਪਾ ਰਹੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਰਜਾ ਨੂੰ ਯਾਦ ਨਹੀਂ ਰੱਖਦੇ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਉਹਨਾਂ ਨੂੰ ਫਿਰ ਫਿਟਕਾਰਾਂ ਪੈਂਦੀਆਂ ਨੇ, ਉਹਨਾਂ ਨੂੰ ਮਾਣ ਨਹੀਂ ਮਿਲਦਾ, ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ, ਕਿਉਂਕਿ ਉਹ ਕਰਮ ਹੀ ਐਸੇ ਕਰਦੇ ਨੇ, ਉਹਨਾਂ ਕੰਮਾਂ ਵਿੱਚ ਸਤਿਕਾਰ ਪੈਦਾ ਹੋ ਹੀ ਨਹੀਂ ਸਕਦਾ। ਜਿਨ ਕੀਤੀ ਤਿਸੈ ਨਾ ਜਾਣਈ, ਨਾਨਕ ਫਿੱਟ ਅਲੂਣੀ ਦੇਹ। ਫਿੱਟ ਦਾ ਮਤਲਬ ਫਿਟਕਾਰ, ਲਾਨਤ, ਤੇ ਅਲੂਣੀ ਦਾ ਮਤਲਬ ਬੇਰਸ, ਫਿੱਕੀ, ਪ੍ਰੇਮ ਵਿਹੂਣੀ। ਦੇਹ ਦਾ ਮਤਲਬ ਸਰੀਰ, ਜਿਸ ਦਾ ਮਤਲਬ ਜਿਸ ਪ੍ਰਭੂ ਨੇ, ਜਿਨ ਕੀਤੀ, ਜਿਸਨੇ ਇਹ ਦੇਹੀ ਪੈਦਾ ਕੀਤੀ ਹੈ, ਤਿਸੈ ਨਾ ਜਾਣਈ, ਉਹਨੂੰ ਨਹੀਂ ਜਾਣਦੀ, ਭਾਵ ਕਿ ਜਿਸਨੇ ਇਹ ਸਰੀਰ ਪੈਦਾ ਕੀਤਾ ਹੈ, ਜਿਸਨੇ ਜੀਵਨ ਦਿੱਤਾ ਹੈ, ਉਹਦੇ ਨਾਲ ਜੋ ਬੰਦਾ ਸਾਂਝ ਨਹੀਂ ਪਾਉਂਦਾ, ਨਾ ਜਾਣੇ ਦਾ ਮਤਲਬ ਸਾਂਝ ਨਹੀਂ ਪਾਉਂਦਾ, ਉਹਦੇ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਉਹਦੀ ਰਜਾ ਵਿੱਚ ਨਹੀਂ ਤੁਰਦਾ, ਤਾਂ ਗੁਰੂ ਜੀ ਕਹਿੰਦੇ ਨੇ ਫਿੱਟ ਅਲੂਣੀ ਦੇਹ, ਇਹੋ ਜਿਹੇ ਸਰੀਰ ਨੂੰ ਲਾਨਤ ਹੈ ਔਰ ਇਹੋ ਜਿਹਾ ਜੀਵਨ ਬੇਰਸਾ ਹੈ। ਅਲੂਣੀ ਦਾ ਮਤਲਬ ਪ੍ਰੇਮ ਤੋਂ ਸਖਣਾ, ਰੱਬੀ ਪ੍ਰੇਮ ਤੋਂ, ਰੱਬੀ ਗੁਣਾਂ ਤੋਂ ਸਖਣਾ ਇਹੋ ਜਿਹਾ ਜੀਵਨ ਲਾਨਤ ਹੈ ਐਸੀ ਜ਼ਿੰਦਗੀ ਨੂੰ ਕਿ ਜਿਸ ਪ੍ਰਭੂ ਨੇ ਪੈਦਾ ਕੀਤਾ ਉਹਦੇ ਨਾਲ ਹੀ ਨਾਤਾ ਨਹੀਂ। ਤਾਂ ਭਾਵ ਅਰਥ ਕਿ ਜਿਸ ਪ੍ਰਭੂ ਨੇ ਪੈਦਾ ਕੀਤਾ ਹੈ, ਜੇ ਬੰਦਾ ਉਹਦੇ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਉਹਦੇ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰਦਾ ਜੀਵਨ ਦੇ ਅੰਦਰ, ਤਾਂ ਇਹੋ ਜਿਹਾ ਪ੍ਰੇਮ ਤੋਂ ਔਰ ਗੁਣਾਂ ਤੋਂ ਸਖਣੇ ਜੀਵਨ ਨੂੰ ਲਾਨਤ ਹੈ, ਲਾਨਤ ਯੋਗ ਹੈ ਐਸੀ ਜ਼ਿੰਦਗੀ। ਮਹਿਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਚਰਨਾਰ ਬਿੰਦ ਨੂੰ ਪੜ੍ਹਨ ਲੱਗਿਆਂ ਥੋੜਾ ਜਿਹਾ ਖਿਆਲ ਰੱਖਣਾ ਹੈ, ਕਿਉਂਕਿ ਆਮ ਕਰਕੇ ਅਸੀਂ ਚਰਨਾਰ ਬਿੰਦ ਪੜ੍ਹਨੇ। ਚਰਨਾਰ, ਦੇਖੋ ਹੁਣ ਧਿਆਨ ਨਾਲ ਸੁਣੋ, ਮੈਂ ਬੋਲ ਰਿਹਾ ਚਰਨਾਰ, ਤਾਂ ਇੱਥੇ ਨੰਨਾ ਬੋਲ ਰਿਹਾ ਹੈ ਚਰਨਾਰ, ਤੇ 99% ਐਵੇਂ ਹੀ ਬੋਲਦੇ ਨੇ ਚਰਨਾਰ। ਨੰਨਾ ਨਹੀਂ ਹੈ, ਅਣਾਣਾ ਹੈ, ਥੋੜਾ ਜਿਹਾ ਧਿਆਨ ਦੇ ਨਾਲ ਬੋਲਣਾ ਪਵੇਗਾ। ਘਟ ਵਸੈ ਚਰਨਾਰ, ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਚਰਨਾਰ ਬਿੰਦ, ਘਟ ਦਾ ਮਤਲਬ ਹਿਰਦੇ ਵਿੱਚ, ਸੋਚ ਵਿੱਚ, ਤੇ ਚਰਨਾਰ ਬਿੰਦ ਦਾ ਜਦੋਂ ਅਸੀਂ ਸੰਧੀ ਵਿਛੇਦ ਕਰਾਂਗੇ, ਦੋ ਸ਼ਬਦ ਬਣਨਗੇ ਚਰਨ ਪਲਸ ਅਰਬਿੰਦ। ਅਰਬਿੰਦ ਦਾ ਮਤਲਬ ਹੁੰਦਾ ਹੈ ਕਮਲ ਦਾ ਫੁੱਲ, ਚਰਨਾਰ ਬਿੰਦ ਦਾ ਮਤਲਬ ਕੌਲ ਫੁੱਲ ਵਰਗੇ ਚਰਨ, ਰਸਨਾ ਦਾ ਮਤਲਬ ਜੀਭ। ਹਿਰਦੇ ਵਿੱਚ ਪ੍ਰਭੂ ਦੇ ਚਰਨ ਕਮਲ ਵਸਾਈਏ। ਘਟ ਵਸੈ ਚਰਨਾਰ ਬਿੰਦ, ਜੋ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਨੇ, ਆਪਣੇ ਹਿਰਦੇ ਵਿੱਚ, ਆਪਣੀ ਸੋਚ, ਆਪਣੀ ਮੈਂਟੈਲਿਟੀ ਦੇ ਅੰਦਰ ਉਹਨਾਂ ਨੂੰ ਵਸਾਈਏ। ਤੇ ਰੱਬ ਦੇ ਚਰਨ ਦਾ ਮਤਲਬ ਰੱਬ ਦੇ ਗੁਣ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਰਸਨਾ ਜਪੈ ਗੋਪਾਲ, ਤੇ ਰਸਨਾ ਦੇ ਨਾਲ ਗੋਪਾਲ, ਗੋਪਾਲ ਦਾ ਮਤਲਬ ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ, ਜਪੈ ਦਾ ਮਤਲਬ ਉਹਦੇ ਗੁਣ ਗਾਈਏ, ਸਿਫਤ ਸਲਾਹ ਕਰੀਏ। ਰਸਨਾ ਦੇ ਨਾਲ, ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰੀਏ।
ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਈਏ ਔਰ ਜ਼ਬਾਨ ਦੇ ਨਾਲ ਉਹਦੇ ਗੁਣਾਂ ਨੂੰ ਬੋਲੀਏ। ਸਾਡੀ ਬੋਲ ਬਾਣੀ ਦੇ ਅੰਦਰ ਗੁਣ ਹੋਣੇ ਚਾਹੀਦੇ ਨੇ। ਇਨਸਾਨ ਦੀ ਕੁਆਲਿਟੀ ਦਾ ਪਤਾ ਉਹਦੇ ਬੋਲਾਂ ਤੋਂ ਹੀ ਲੱਗਦਾ ਹੈ। ਜੋ ਕੁਝ ਅੰਦਰ ਹੋਏਗਾ ਉਹ ਪ੍ਰਗਟ ਹੋਏਗਾ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਜੈਸੀ ਚੀਜ਼ ਅੰਦਰ ਹੋਏਗੀ ਬਾਹਰ ਆਏਗੀ। ਜੋ ਪਾਵੇ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਹੁਣ ਕਈ ਵਾਰ ਬੰਦਾ ਨਾ ਬੋਲ ਬੜੇ ਮਿੱਠੇ ਬੋਲ ਰਿਹਾ ਹੁੰਦਾ ਹੈ, ਲੇਕਿਨ ਉਹਦੀ ਭਾਵਨਾ ਦੇ ਪਿੱਛੇ ਈਰਖਾ ਔਰ ਦੁਐਸ਼ ਹੁੰਦੀ ਹੈ। ਤੇ ਜੋ ਈਰਖਾ ਦੁਐਸ਼ ਹੈ ਉਹਦੇ ਬੋਲਾਂ ਚੋਂ ਪ੍ਰਗਟ ਹੋ ਜਾਂਦੀ ਹੈ, ਉਹਦੇ ਵਿਹਾਰ ਦੇ ਅੰਦਰ ਉਹ ਪ੍ਰਗਟ ਹੋ ਜਾਂਦੀ ਹੈ। ਇਸ ਲਈ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਮਾਨਸਿਕਤਾ ਦੇ ਅੰਦਰ ਵੀ ਗੁਣ ਚਾਹੀਦੇ ਨੇ ਔਰ ਬੋਲਾਂ ਵਿੱਚ ਵੀ ਗੁਣ ਚਾਹੀਦੇ। ਮਾਨਸਿਕਤਾ ਦੇ ਵਿੱਚ ਵੀ ਰੱਬੀ ਗੁਣਾਂ ਨੂੰ ਵਸਾਈਏ ਔਰ ਜ਼ੁਬਾਨ ਦੇ ਨਾਲ ਵੀ ਰੱਬੀ ਗੁਣਾਂ ਦੀ ਗੱਲ ਕਰੀਏ। ਤਾਂ ਜੇ ਸਿਰਫ ਇੰਨਾ ਕੰਮ ਬੰਦਾ ਕਰ ਲੈ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਫਿਰ ਜ਼ਿੰਦਗੀ ਵਿੱਚ ਕੋਈ ਸਮੱਸਿਆ ਨਹੀਂ ਰਹਿ ਜਾਂਦੀ। ਨਾ ਮੇਰੀ ਵਿੱਚ ਰਹੇਗੀ, ਨਾ ਤੁਹਾਡੀ ਜ਼ਿੰਦਗੀ ਵਿੱਚ ਰਹੇਗੀ। ਜੇ ਮੈਂਟੈਲਿਟੀ ਵਿੱਚ ਵੀ ਗੁਣ ਹੋਣ, ਸੱਚਾਈ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ, ਨਿਰਭੈਤਾ, ਨਿਰਵੈਰਤਾ ਔਰ ਬੋਲਾਂ ਵਿੱਚ ਵੀ ਇਹ ਚੀਜ਼ਾਂ ਹੋਣ ਤੇ ਬਿਹੇਵੀਅਰ ਦੇ ਵਿੱਚ ਇਹ ਚੀਜ਼ਾਂ ਹੋਣ, ਤਾਂ ਫਿਰ ਪ੍ਰੋਬਲਮ ਕੀ ਹੈ ਦੁਨੀਆ 'ਚ? ਕੋਈ ਵੀ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਹੁਣ ਦੇਖੋ ਪਿੱਛੇ ਕਿਹਾ ਸੀ, ਤੈ ਤਨ ਉੱਡੈ ਖੇਹ, ਕਿ ਉਹ ਸਰੀਰ ਤੇ ਖੇਹ ਪੈਂਦੀ ਹੈ, ਲਾਹਨਤਾਂ ਪੈਂਦੀਆਂ ਨੇ। ਤੇ ਗੁਰੂ ਜੀ ਇਹ ਸਾਨੂੰ ਸਮਝਾ ਰਹੇ ਨੇ, ਸੋ ਪ੍ਰਭ ਸਿਮਰਿਐ। ਸਿਮਰਿਐ ਦਾ ਮਤਲਬ ਯਾਦ ਰੱਖਣਾ ਚਾਹੀਦਾ ਹੈ। ਉਸ ਪ੍ਰਭੂ ਨੂੰ ਆਪਣੀ ਯਾਦ ਵਿੱਚ ਵਸਾਉਣਾ ਚਾਹੀਦਾ ਹੈ, ਉਹਦੇ ਗੁਣਾਂ ਨੂੰ ਯਾਦ ਵਿੱਚ ਵਸਾਉਣਾ ਚਾਹੀਦਾ ਹੈ। ਤਿਸ ਦੇਹੀ ਕੋ ਪਾਲ, ਜਿਸ ਨੇ ਇਹ ਸਰੀਰ ਨੂੰ ਪਾਲਿਆ ਹੈ। ਜੋ ਇਹ ਸਰੀਰ ਦੀ ਪਾਲਣਾ ਕਰ ਰਿਹਾ ਹੈ, ਜਿਸ ਕਰਕੇ ਸਰੀਰ ਦੀ ਪਾਲਣਾ ਹੋ ਰਹੀ ਹੈ, ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਉਹਨੂੰ ਹਮੇਸ਼ਾ ਆਪਣੀ ਯਾਦ ਵਿੱਚ ਵਸਾਉਣਾ ਚਾਹੀਦਾ ਹੈ। ਉਹਦੇ ਗੁਣਾਂ ਨੂੰ, ਉਹਦੀ ਰਜ਼ਾ ਨੂੰ, ਉਹਦੇ ਭਾਣੇ ਨੂੰ, ਉਹਦੇ ਇਸ ਸਿਸਟਮ ਨੂੰ, ਉਹਦੇ ਇਸ ਹੁਕਮ ਨੂੰ, ਜੋ ਇਸ ਦੇਹੀ ਨੂੰ ਪਾਲ ਰਿਹਾ ਹੈ, ਜਿਨੇ ਇਹ ਦੇਹੀ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਜੀ ਕਹਿੰਦੇ ਨੇ ਉਹਨੂੰ ਹਮੇਸ਼ਾ ਹਮੇਸ਼ਾ ਆਪਣੀ ਯਾਦ ਦੇ ਅੰਦਰ ਵਸਾਉਣਾ ਚਾਹੀਦਾ। ਪੌੜੀ, ਆਪੇ 68 ਤੀਰਥ ਕਰਤਾ, ਆਪੇ ਕਰੇ ਇਸਨਾਨ। 68, 8 ਦਾ ਮਤਲਬ 8, 60 ਦਾ ਮਤਲਬ 60, 68। ਪ੍ਰਭੂ ਆਪ ਹੀ 68 ਤੀਰਥਾਂ ਦਾ ਕਰਨ ਵਾਲਾ ਹੈ। ਭਾਵ ਕਿ ਜੋ 68 ਤੀਰਥ ਅਸੀਂ ਮੰਨੇ ਨੇ, ਉਹ ਰੱਬ ਦੀ ਰਚਨਾ ਵਿੱਚ, ਰੱਬ ਦੀ ਰਜ਼ਾ ਵਿੱਚ ਹੀ ਨਦੀਆਂ, ਨਾਲੇ, ਦਰਿਆ ਆਦਿਕ ਪੈਦਾ ਹੋਏ ਨੇ, ਤੇ ਅਸੀਂ ਉਹਨਾਂ ਨੂੰ ਤੀਰਥ ਮੰਨ ਲਿਆ ਹੈ। ਅਸੀਂ ਉਹਨਾਂ ਨੂੰ ਪਵਿੱਤਰ ਜਾਂ ਅਪਵਿੱਤਰ ਨਦੀਆਂ ਕਰਾਰ ਦੇ ਦਿੱਤਾ ਹੈ। ਤਾਂ ਆਪ ਹੀ ਪੈਦਾ ਕੀਤੇ ਨੇ ਉਸਨੂੰ। ਆਪੇ ਕਰੇ ਇਸ਼ਨਾਨ, ਤੇ ਉਹ ਜਿਹੜੇ ਇਸ਼ਨਾਨ ਕਰਨ ਜਾ ਰਹੇ ਨੇ ਲੋਕ, ਉਹਨਾਂ ਦੇ ਅੰਦਰ ਉਹ ਆਪ ਹੀ ਵਸ ਰਿਹਾ ਹੈ, ਆਪ ਹੀ ਇਸ਼ਨਾਨ ਕਰ ਰਿਹਾ ਹੈ। ਯਾਨੀ ਇਸ਼ਨਾਨ ਕਰਨ ਵਾਲਿਆਂ ਦੇ ਵਿੱਚ ਵੀ ਆਪ ਹੈ। ਇੱਥੇ ਰੱਬ ਦੀ ਸਰਬ ਵਿਆਪਕਤਾ ਦਰਸਾਈ ਜਾ ਰਹੀ ਹੈ। ਇਹ ਚੀਜ਼ ਨੂੰ ਖਾਸ ਖਿਆਲ ਦੇ ਅੰਦਰ ਰੱਖਣਾ ਹੈ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਹੈ ਨਾਮ। ਇਹਨੂੰ ਜਪਾਏ ਨਹੀਂ ਪੜਨਾ। ਜੇ ਜਪਾਏ ਪੜਾਂਗੇ ਤੇ ਈੜੀ ਛੁੱਟ ਜਾਏਗੀ। ਅਕਸ਼ਰ 4 ਨੇ, ਪਿਛਲੇ ਹਾਹੇ ਦੇ ਨਾਲ ਬਿੰਦੀ ਦਾ ਉਚਾਰਨ ਕਰਾਂਗੇ। ਜਪਾਏ ਹੈ, ਜਪਾਏ ਹੈ, ਇਹ ਨੂੰ ਥੋੜਾ ਜਿਹਾ ਲਮਕਾ ਦੋਗੇ, ਨਾਲ ਪਿੱਛੇ ਹਾਹਾ ਬਿੰਦੀ ਲਾ ਕੇ ਬੋਲੋਗੇ ਤਾਂ ਉਚਾਰਨ ਹੋ ਜਾਏਗਾ ਸਹੀ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਹੈ ਨਾਮ। ਸੰਜਮ ਦਾ ਮਤਲਬ ਜੁਗਤੀ ਨਾਲ। ਮਾਲਕ ਆਪ ਹੀ ਜੁਗਤੀ ਵਿੱਚ ਵਰਤਦਾ ਹੈ। ਸੰਜਮ ਵਰਤੈ, ਸੰਜਮ ਦੇ ਵਿੱਚ ਵਰਤ ਰਿਹਾ ਹੈ, ਜੁਗਤੀ ਦੇ ਅੰਦਰ ਰਹਿ ਰਿਹਾ ਹੈ। ਭਾਵ ਕਿ ਆ ਸਾਰਾ ਸੰਸਾਰ ਜੋ ਹੁਕਮ ਦੇ ਅੰਦਰ ਚੱਲ ਰਿਹਾ ਹੈ, ਧਰਤੀ ਆਕਾਸ਼ ਦੇ ਅੰਦਰ, ਖੰਡ ਮੰਡਲ ਬ੍ਰਹਿਮੰਡ ਜੋ ਕੁਛ ਵੀ ਹੈ, ਜੁਗਤੀ ਵਿੱਚ ਚੱਲ ਰਿਹਾ ਨਾ, ਤਾਂ ਇਹਨਾਂ ਦੇ ਅੰਦਰ ਪ੍ਰਭੂ ਆਪ ਵਰਤ ਰਿਹਾ ਹੈ। ਯਾਨੀ ਆਪ ਹੁਕਮ ਰੂਪ ਹੈ। ਜੋ ਹੁਕਮ ਦੇ ਅੰਦਰ ਸਾਰਾ ਕੁਝ ਚੱਲ ਰਿਹਾ ਹੈ, ਉਹਦੇ ਅੰਦਰ ਆਪ ਵਸ ਰਿਹਾ ਹੈ। ਆਪ ਜਪਾਏ ਹੈ ਨਾਮ। ਜਪਾਏ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਆਪ ਹੀ ਇਸ ਚੀਜ਼ ਦੀ ਜਾਣਕਾਰੀ ਦੇ ਰਿਹਾ ਹੈ। ਨਾਮ ਦਾ ਮਤਲਬ ਹੁਕਮ। ਆਪ ਹੀ ਹੁਕਮ ਦੀ ਜਾਣਕਾਰੀ ਦਿੰਦਾ ਹੈ, ਆਪ ਹੁਕਮ ਦੀ ਸਾਂਝ ਬਖਸ਼ਦਾ ਹੈ। ਭਾਵ ਕਿ ਜਿਹੜੇ ਹੁਕਮ ਬਾਰੇ ਜਾਣਦੇ ਨੇ, ਸਾਂਝ ਬਣਾਉਂਦੇ ਨੇ, ਉਹਨਾਂ ਦੇ ਵਿੱਚ ਵੀ ਪ੍ਰਭੂ ਆਪ ਵਿਚਰ ਰਿਹਾ ਹੈ, ਵਰਤ ਰਿਹਾ ਹੈ। ਆਪ ਦਇਆਲ ਹੋਏ ਪੌਖੰਡਨ, ਆਪ ਕਰੇ ਸਭ ਦਾਨ। ਪੌਖੰਡਨ ਦਾ ਮਤਲਬ ਡਰ ਦੂਰ ਕਰਨ ਵਾਲਾ।
ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ, ਦਇਆ ਕਰਦਾ ਹੈ। ਆਪ ਕਰੇ ਸਭ ਦਾਨ ਤੇ ਆਪ ਹੀ ਹਰ ਕਿਸਮ ਦਾ ਦਾਨ ਕਰਦਾ ਹੈ। ਦਾਨ ਕਰਦਾ ਮਤਲਬ ਆ ਦਾਤਾਂ ਦੇ ਰਿਹਾ ਹੈ। ਜੋ ਵੀ ਆ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼, ਗੰਗਾਵਾਂ ਨੇ, ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਧਨ ਦੌਲਤ ਜਾਂ ਜੋ ਵੀ ਇਸ ਸੰਸਾਰ ਦੇ ਅੰਦਰ ਹੈ, ਇਹ ਦਾਤਾਂ ਦੇਣ ਵਾਲਾ ਆਪ ਹੀ ਹੈ। ਜਿਸ ਨੂੰ ਗੁਰਮੁਖ ਆਪ ਬੁਝਾਏ, ਸੋ ਸਦ ਹੀ ਦਰਗਾਹ ਪਾਵੇ ਮਾਨ। ਮਾਨ ਦਾ ਮਤਲਬ ਆਦਰ। ਜਿਸ ਨੂੰ ਗੁਰਮੁਖ ਆਪ ਬੁਝਾਏ, ਜਿਸ ਮਨੁੱਖ ਨੂੰ ਸਤਿਗੁਰ ਦੀ ਰਾਹੀਂ ਆਪ ਸਮਝ ਬਖਸ਼ਦਾ ਹੈ, ਆਪਣੇ ਆਪੇ ਦੀ ਸਮਝ ਬਖਸ਼ਦਾ ਹੈ, ਸੋ ਸਦ ਹੀ ਦਰਗਾਹ ਪਾਏ ਮਾਨ। ਉਹ ਰੱਬੀ ਦਰਗਾਹ ਦੇ ਅੰਦਰ ਸਦਾ ਹੀ ਮਾਣ ਪਾਉਂਦਾ ਹੈ। ਉਹ ਰੱਬੀ ਰਜ਼ਾ ਦੇ ਅੰਦਰ ਸਦਾ ਹੀ ਮਾਣ ਪਾਉਂਦਾ ਹੈ। ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਵਿਚਾਰਾਂ ਹੁੰਦੀਆਂ ਨੇ, ਉੱਥੇ ਉਹਨੂੰ ਮਾਣ ਮਿਲਦਾ ਹੈ। ਕਿਹਨੂੰ? ਜਿਹਨੂੰ ਗੁਰੂ ਦੇ ਰਾਹੀਂ ਆਪ ਸਮਝ ਬਖਸ਼ਦਾ ਹੈ। ਹੁਣ ਇਹ ਨਾ ਬਹੁਤ ਪਿਆਰੀ ਬਾਤ ਹੈ। ਦੇਖੋ, ਸਾਰੀਆਂ ਚੀਜ਼ਾਂ ਆਪਾਂ ਇਸ ਪੌੜੀ ਨੂੰ ਸ਼ੁਰੂ ਤੋਂ ਜਦੋਂ ਵਿਚਾਰਾਂਗੇ ਨਾ, ਫਿਰ ਦੁਬਾਰਾ, ਕਿ ਆਪ ਹੀ ਉਹ 68 ਤੀਰਥ ਕਰਨ ਵਾਲਾ ਹੈ, ਆਪ ਹੀ ਇਸ਼ਨਾਨ ਕਰਨ ਵਾਲਾ ਹੈ, ਸੰਜਮ ਵਰਤਿਆ ਹੈ, ਹੁਕਮ ਦੀ ਜਾਣਕਾਰੀ ਦੇਣ ਵਾਲਾ ਹੈ, ਦਇਆ ਕਰਨ ਵਾਲਾ ਹੈ, ਭਉ ਖਤਮ ਕਰਨ ਵਾਲਾ ਹੈ, ਆਪ ਦਾਨ ਦੇਣ ਵਾਲਾ ਹੈ। ਹੁਣ ਸਾਡੇ ਅੰਦਰ ਨਾ ਕਨਫਿਊਜ਼ਨ ਪੈਦਾ ਹੋ ਜਾਏਗੀ, ਯਾਰ ਇਹ ਕਿਵੇਂ ਹੋ ਗਿਆ? ਜੇ ਸਾਰਾ ਕੁਝ ਆਪ ਹੀ ਆਪ ਕਰ ਰਿਹਾ ਤੇ ਫਿਰ ਚੱਕਰ ਕੀ ਹੈ? ਫਿਰ ਇਹਦਾ ਮਤਲਬ ਪਾਪ ਪੁੰਨ ਵੀ ਆਪ ਹੀ ਕਰ ਰਿਹਾ ਹੈ, ਆਪ ਕਰਾ ਰਿਹਾ ਹੈ। ਕਨਫਿਊਜ਼ ਹੋ ਜਾਂਦਾ ਨਾ ਬੰਦਾ, ਨਹੀਂ ਸਮਝ ਪੈਂਦੀ। ਪਰ ਇਹਦੀ ਜੋ ਬਾਰੀਕੀ ਹੈ ਇਸ ਦੇ ਅੰਦਰ, ਜੋ ਇਸ ਦੇ ਅੰਦਰ ਸੱਚਾਈ ਹੈ, ਜਿਸ ਨੂੰ ਗੁਰਮੁਖ ਆਪ ਬੁਝਾਏ, ਗੁਰੂ ਰਾਹੀਂ ਜਿਸ ਨੂੰ ਬੁਝਾਏਗਾ, ਜੋ ਗੁਰੂ ਦੀ ਬਾਣੀ ਰਾਹੀਂ ਇਹਨਾਂ ਚੀਜ਼ਾਂ ਨੂੰ ਸੋਚੇਗਾ, ਆਪਣੀ ਸੋਚ ਨੂੰ ਗੁਰੂ ਵਾਲੀ ਸੋਚ ਵਿੱਚ ਮਿਲਾ ਦੇਗਾ, ਉਹਨੂੰ ਸਮਝ ਆਏਗੀ। ਕਾਮਨ ਸੈਂਸ, ਵਿਵੇਕ ਬੁੱਧ ਜਿਹਨੂੰ ਅਸੀਂ ਕਹਿੰਦੇ ਹਾਂ। ਜੋ ਗੁਰੂ ਤੋਂ ਵਿਵੇਕ ਬੁੱਧ ਦੀ ਦਾਤ ਲਏਗਾ, ਉਹਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਏਗੀ। ਔਰ ਐਸਾ ਇਨਸਾਨ ਫਿਰ ਰੱਬੀ ਦਰਗਾਹ ਦੇ ਅੰਦਰ ਮਾਨ, ਆਦਰ ਔਰ ਸਤਿਕਾਰ ਪਾਏਗਾ। ਜਿਸ ਦੀ ਪੈਜ ਰੱਖੇ ਹਰ ਸੁਆਮੀ, ਸੋ ਸੱਚਾ ਹਰ ਜਾਨ। ਇੱਥੇ ਜਾਨ ਦਾ ਮਤਲਬ ਜਾਣਨਾ ਨਹੀਂ ਹੈ। ਜਾਨ ਦਾ ਮਤਲਬ ਜਾਣਨਾ ਵੀ ਹੁੰਦਾ ਹੈ, ਜਾਨ ਦਾ ਮਤਲਬ ਜਾਣਾ ਵੀ ਹੁੰਦਾ ਹੈ, ਪਰ ਇੱਥੇ ਜਾਨ ਦਾ ਮਤਲਬ ਹੈ ਜਨ, ਹਰੀ ਜਨ। ਇੱਥੇ ਜਾਨ ਸ਼ਬਦ ਜਿਹੜਾ ਹੈ ਜਨ ਵਾਸਤੇ ਹੈ, ਦਾਸ ਵਾਸਤੇ ਹੈ। ਹਰ ਜਾਨ ਦਾ ਮਤਲਬ ਹਰੀ ਜਨ, ਹਰੀ ਦਾ ਦਾਸ। ਜਿਸ ਦੀ ਪੈਜ ਰੱਖੇ ਹਰ ਸੁਆਮੀ, ਜਿਸ ਦੀ ਲਾਜ ਸੁਆਮੀ ਆਪ ਰੱਖਦਾ ਹੈ, ਸੋ ਸੱਚਾ ਹਰ ਜਾਨ ਦਾ ਮਤਲਬ ਉਹ ਰੱਬ ਦਾ ਸੱਚਾ ਸੇਵਕ। ਅਸਲ ਦੇ ਅੰਦਰ ਉਹ ਰੱਬ ਦਾ ਸੱਚਾ ਸੇਵਕ ਹੈ, ਜਿਹਦੀ ਲਾਜ ਰੱਬ ਆਪ ਰੱਖਦਾ ਹੈ। ਹੁਣ ਇਹਦਾ ਰਿਲੇਸ਼ਨ ਅਸੀਂ ਜੋੜੀਏ, ਸਾਨੂੰ ਇਹਦੀ ਸਮਝ ਆਏ ਕਿ ਲਾਜ ਰੱਖਣ ਵਾਸਤੇ ਉਹਨੇ ਸਾਨੂੰ ਕੋਈ ਚੀਜ਼ ਦਿੱਤੀ ਹੈ, ਤੇ ਇਸ ਤਰ੍ਹਾਂ ਤੁਹਾਡੀ ਲਾਜ ਰਹੇਗੀ। ਤਾਂ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਆਏਗੀ, ਪ੍ਰੇਮ ਪਟੋਲਾ ਤੈਂ ਸ਼ੋਹ ਦਿੱਤਾ, ਢੱਕਣ ਕੂ ਪੱਤ ਮੇਰੀ। ਪਟੋਲਾ ਦਾ ਮਤਲਬ ਕੱਪੜਾ, ਕਿ ਹੇ ਪ੍ਰਭੂ ਤੂੰ ਪ੍ਰੇਮ ਰੂਪ ਕੱਪੜਾ ਮੈਨੂੰ ਦਿੱਤਾ ਹੈ ਮੇਰੀ ਇੱਜ਼ਤ ਢੱਕਣ ਵਾਸਤੇ। ਯਾਨੀ ਜੋ ਪ੍ਰਭੂ ਦੀ ਪ੍ਰੇਮ ਦੇ ਵਿੱਚ ਜ਼ਿੰਦਗੀ ਜੀਂਦਾ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਕਰਦਾ ਹੈ, ਉਹਦੀ ਲਾਜ ਰਹਿੰਦੀ ਹੈ, ਉਹਦੀ ਲਾਜ ਰਹਿੰਦੀ ਹੈ, ਉਹਦੀ ਇੱਜ਼ਤ ਰਹਿੰਦੀ ਹੈ। ਯਾਨੀ ਇਹਦਾ ਮਤਲਬ ਇਹ ਹੋਇਆ ਕਿ ਜੋ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਇੱਜ਼ਤ ਮਾਨ ਆਦਰ ਵਾਲਾ ਸਤਿਕਾਰ ਵਾਲਾ ਜੀਵਨ ਬਤੀਤ ਕਰਦਾ ਹੈ, ਉਹ ਇਨਸਾਨ ਅਸਲ ਦੇ ਅੰਦਰ ਰੱਬ ਦਾ ਸੇਵਕ ਹੈ। ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਜਿਹੜਾ ਕਰਦਾ ਹੈ, ਫਿਰ ਇਸ ਦੁਨੀਆ ਦੇ ਵਿੱਚ ਉਹਨੂੰ ਮਾਣ ਆਦਰ ਸਤਿਕਾਰ ਵੀ ਮਿਲਦਾ ਹੈ, ਤੇ ਉਹ ਇਨਸਾਨ ਰੱਬ ਦਾ ਸੱਚਾ ਸੇਵਕ ਅਖਵਾਣ ਦਾ ਹੱਕਦਾਰ ਹੈ। ਸ਼ਲੋਕ ਮਹਿਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਬਿਨ ਭੇਟੇ ਦਾ ਮਤਲਬ ਮਿਲਣ ਤੋਂ ਬਿਨਾ। ਹੇ ਨਾਨਕ, ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨਾ ਹੈ ਤੇ ਅੰਨੇ ਕਰਮ ਕਰ ਰਿਹਾ ਹੈ। ਹੁਣ ਅੰਨੇ ਦਾ ਮਤਲਬ ਇਹ ਨਹੀਂ ਕਿ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਅਸਲੀ ਅੰਨਾ ਕੌਣ ਹੈ? ਗੁਰਬਾਣੀ ਵਿੱਚ ਅੰਨਾ ਕਿਸ ਨੂੰ ਕਿਹਾ ਹੈ? ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਹੈ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅਸਲੀ ਅਗਿਆਨੀ ਅੰਧਾ ਉਹ ਹੈ ਜੋ ਜੀਵਨ ਦੇ ਸਹੀ ਰਾਹ ਤੋਂ ਖੁੰਝਿਆ ਹੋਇਆ ਹੈ, ਜੋ ਰੱਬੀ ਰਜ਼ਾ ਭਾਣੇ ਤੋਂ ਉਲਟ ਜ਼ਿੰਦਗੀ ਜੀ ਰਿਹਾ ਹੈ। ਉਹ ਅਸਲੀ ਅੰਨਾ ਹੈ
ਤੇ ਉਹ ਸਾਰੇ ਅੰਨੇ ਕਰਮ ਕਰਦਾ ਹੈ, ਅਗਿਆਨਤਾ ਵਾਲੇ ਕਰਮ ਕਰਦਾ ਹੈ। ਹੁਣ ਦੇਖੋ, ਅਗਿਆਨਤਾ ਭਰੇ ਕਰਮ ਕੈਸੇ ਨੇ? ਟੂਣੇ, ਤਵੀਤ, ਭੂਤ ਪ੍ਰੇਤਾਂ ਨੂੰ ਮੰਨਣਾ, ਮੜੀਆਂ ਮਸਾਣਾਂ ਨੂੰ ਪੂਜਣਾ, ਵਰਤਨ ਰਾਤੇ ਸਰਾਹ ਦੇ ਅਗਿਆਨਤਾ ਭਰੇ ਕਰਮ ਹੀ ਨੇ ਨਾ। ਕੀ ਇਥੋਂ ਦਾ ਖਵਾਇਆ ਹੋਇਆ ਭੋਜਨ ਅੱਗੇ ਸਾਡੇ ਪਿਤਰਾਂ ਨੂੰ ਮਿਲ ਸਕਦਾ ਹੈ? ਹੁਣ ਜੇ ਅਸੀਂ ਕਹੀਏ ਜੀ ਮਿਲ ਸਕਦਾ ਹੈ, ਤਾਂ ਫਿਰ ਇਹ ਅਗਿਆਨਤਾ ਭਰਿਆ ਕਰਮ ਹੀ ਅੰਨਾ ਕਰਮ ਹੈ। ਜਿਹੜਾ ਬੰਦਾ ਇਹ ਕਹਿ ਰਿਹਾ ਨਾ ਕਿ ਮਿਲ ਸਕਦਾ ਹੈ, ਇਹਦਾ ਮਤਲਬ ਉਹ ਅੰਨਾ ਹੈ, ਗਿਆਨ ਤੋਂ ਸਖਣਾ ਹੈ, ਅਗਿਆਨੀ ਹੈ, ਔਰ ਉਹ ਸਰਾਧ ਕਰਕੇ ਅਗਿਆਨਤਾ ਭਰੇ ਕਰਮ ਕਰਦਾ ਹੈ। ਜੇ ਹੁਣ ਕੋਈ ਕਹੇ, ਪੁੱਛਿਆ ਜਾਏ ਸਵਾਲ ਕਿ ਕੀ ਤੀਰਥਾਂ ਤੇ ਨਹਾਉਣ ਨਾਲ ਪਾਪਾਂ ਦੀ ਮੈਲ ਲੈ ਜਾਂਦੀ ਹੈ? ਕੀ ਤੀਰਥਾਂ ਤੇ ਨਹਾਉਣ ਨਾਲ ਪਾਪਾਂ ਦੀ ਮੈਲ ਲੈ ਜਾਂਦੀ ਹੈ? ਸਿਰ ਹਿਲਾ ਕੇ ਦੱਸੋ ਜੀ ਸਾਰੇ, ਹਾਂ ਜਾਂ ਨਾ। ਨਹੀਂ ਨਾ। ਤੇ ਜੇ ਕੋਈ ਕਹੇ ਹਾਂ ਜੀ ਤੀਰਥਾਂ ਤੇ ਨਹਾਤਿਆਂ ਪਾਪਾਂ ਦੀ ਮੈਲ ਲੈ ਜਾਂਦੀ ਹੈ, ਤਾਂ ਇਹ ਅਗਿਆਨਤਾ ਭਰਿਆ ਕਰਮ ਹੋਏਗਾ। ਉਹ ਜੋ ਬੰਦਾ ਇਸ ਤਰ੍ਹਾਂ ਕਹੇਗਾ ਉਹ ਅਗਿਆਨੀ ਹੀ ਹੋਏਗਾ। ਤਾਂ ਇਹੋ ਜਿਹੇ ਕਰਮ ਬੰਦਾ ਕੌਣ ਕਰਦਾ ਹੈ? ਜੋ ਗੁਰੂ ਦੇ ਗਿਆਨ ਨੂੰ ਯੂਜ਼ ਨਹੀਂ ਕਰ ਰਿਹਾ, ਜੋ ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਨਹੀਂ ਚੱਲ ਰਿਹਾ। ਗੁਰੂ ਦੇ ਮਿਲਾਪ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ ਸਾਰਾ ਸੰਸਾਰ ਹੀ ਅਗਿਆਨੀ ਅੰਨਾ ਬਣਿਆ ਰਹਿੰਦਾ ਹੈ, ਔਰ ਅੰਨੇ ਕਰਮ ਅਗਿਆਨਤਾ ਵਾਲੇ ਕਰਮ ਕਰੀ ਜਾਂਦਾ ਹੈ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਸ਼ਬਦ ਐਸੋਂ ਚੇਤਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਇੱਥੇ ਸ਼ਬਦ ਦਾ ਮਤਲਬ ਉਪਦੇਸ਼, ਗਿਆਨ। ਗੁਰੂ ਦੇ ਸ਼ਬਦ ਨਾਲ ਪ੍ਰੀਤ ਨਹੀਂ ਜੋੜਦਾ। ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦਾ ਗਿਆਨ, ਉਹਦੇ ਨਾਲ ਤੇ ਆਪਣੀ ਸੁਰਤ ਜੋੜਦਾ ਨਹੀਂ, ਚਿੱਤ ਲਾਂਦਾ ਨਹੀਂ। ਜਿਤ ਸੁਖ ਵਸੈ ਮਨ ਆਏ, ਜਿਸ ਕਰਕੇ ਮਨ ਦੇ ਅੰਦਰ ਸੁਖ ਵਸਣਾ ਸੀ, ਜਿਸ ਕਰਕੇ ਜੀਵਨ ਵਿੱਚ ਸ਼ਾਂਤੀ ਆਉਣੀ ਸੀ, ਜਿਸ ਕਰਕੇ ਜੀਵਨ ਵਿੱਚ ਆਨੰਦ ਪੈਦਾ ਹੋਣਾ ਸੀ, ਉਸ ਗੁਰੂ ਦੇ ਸ਼ਬਦ ਨਾਲ ਚਿੱਤ ਨਹੀਂ ਜੋੜਿਆ, ਉਹਦੇ ਨਾਲ ਸੁਰਤ ਨਹੀਂ ਜੋੜੀ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਵੀ। ਤਾਮਸ ਲੱਗਾ ਸਦਾ ਫਿਰੈ, ਅਹਨਿਸ ਜਲਤ ਬਿਹਾਏ। ਤਾਮਸ ਦਾ ਮਤਲਬ ਤਮੋ ਗੁਣੀ ਭਾਵ, ਰਾਜਗੁਣ, ਤਾਮਗੁਣ ਔਰ ਸਤਗੁਣ। ਤਾਮਗੁਣ ਦਾ ਮਤਲਬ ਹੁੰਦਾ ਹੈ ਹਨੇਰਾ, ਅਗਿਆਨਤਾ, ਕ੍ਰੋਧ ਵਗੈਰਾ, ਲਾਲਚ, ਕ੍ਰੋਧ, ਇਹ ਸਾਰੇ ਕਰਮ, ਕ੍ਰੋਧ ਵਗੈਰਾ ਕਰਮ ਜਿਹੜੇ ਨੇ ਅਗਿਆਨਤਾ ਵਾਲੇ, ਉਹ ਸਾਰੇ ਇਹਦੇ ਵਿੱਚ ਆ ਜਾਂਦੇ। ਤਾਮਗੁਣ ਦੇ ਅੰਦਰ ਲੱਗਾ ਰਹਿੰਦਾ ਹੈ, ਤਾਮਸ ਲੱਗਾ ਸਦਾ ਫਿਰੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਨਹੀਂ ਲੈਂਦਾ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਉਹ ਤਮੋ ਗੁਣੀ ਕਰਮਾਂ ਦੇ ਵਿੱਚ ਲੱਗਾ ਰਹਿੰਦਾ ਹੈ, ਅਗਿਆਨਤਾ ਵਾਲੇ ਕਰਮਾਂ ਦੇ ਅੰਦਰ ਲੱਗਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਅਹਨਿਸ ਜਲਤ, ਇਹ ਦਾ ਮਤਲਬ ਦਿਨ, ਨਿਸ ਦਾ ਮਤਲਬ ਰਾਤ, ਜਲਤ ਦਾ ਮਤਲਬ ਸੜਦਾ ਹੈ, ਬਿਹਾਏ ਦਾ ਮਤਲਬ ਬੀਤਦੀ ਹੈ। ਦਿਨ ਰਾਤ ਯਾਨੀ ਸਾਰੀ ਜ਼ਿੰਦਗੀ ਉਹਦੀ ਵਿਕਾਰਾਂ ਵਿੱਚ ਸੜਦਿਆਂ ਹੀ ਬੀਤ ਜਾਂਦੀ। ਤਮੋ ਗੁਣੀ ਕਰਮਾਂ ਦੇ ਅੰਦਰ ਸੜਦਾ ਹੋਇਆ ਹੀ ਸਾਰੀ ਜ਼ਿੰਦਗੀ ਕੱਢ ਜਾਂਦਾ ਹੈ। ਸਾਰੀ ਜ਼ਿੰਦਗੀ ਆ ਵਿਕਾਰਾਂ ਵਾਲੇ ਕਰਮ ਹੀ, ਅੰਨੇ ਕਰਮ ਹੀ ਕਰਦਾ ਰਹਿੰਦਾ ਹੈ, ਐਵੇਂ ਹੀ ਭਟਕਦਾ ਰਹਿੰਦਾ ਹੈ, ਵਿਕਾਰਾਂ ਵਿੱਚ ਸੜਦਿਆਂ ਹੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੂ ਨਾ ਜਾਏ। ਗੁਰੂ ਜੀ ਕਹਿੰਦੇ ਨੇ ਪ੍ਰਭੂ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਭਾਵ ਕਿ ਜਗਤ ਦੇ ਅੰਦਰ ਰੱਬ ਦਾ ਹੁਕਮ ਵਰਤਦਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿਣਾ ਕਿਛੂ ਨਾ ਜਾਏ ਦਾ ਮਤਲਬ ਰੱਬ ਦੇ ਹੁਕਮ ਤੋਂ ਉਲਟ ਕੁਛ ਨਹੀਂ ਕਿਹਾ ਜਾ ਸਕਦਾ, ਕਿ ਰੱਬ ਦੇ ਹੁਕਮ ਤੋਂ ਬਾਹਰ ਵੀ ਕੁਛ ਹੋ ਸਕਦਾ ਹੈ। ਲਾ ਆਫ ਨੇਚਰ ਤੋਂ ਬਾਹਰ ਵੀ ਮੈਂ ਕੁਛ ਕਰ ਸਕਦਾ, ਗੱਲ ਕਹੀ ਨਹੀਂ ਜਾ ਸਕਦੀ ਕਿ ਰੱਬ ਦੇ ਹੁਕਮ ਤੋਂ ਬਾਹਰ ਵੀ ਕੁਛ ਕਰ ਸਕਦਾ ਹੈ। ਜਿਹੜਾ ਤਾਮਸੀ ਕਰਮਾਂ ਵਿੱਚ ਲੱਗਾ ਹੋਇਆ ਹੈ, ਜੇ ਉਹ ਆਪਣੀ ਸੋਚ ਨਹੀਂ ਬਦਲਦਾ, ਕਰਮ ਨਹੀਂ ਬਦਲਦਾ, ਤੇ ਜੇ ਕੋਈ ਬੰਦਾ ਕਹੇ ਕਿ ਮੈਂ ਇਹਨੂੰ ਜੰਤਰਾਂ ਮੰਤਰਾਂ ਨਾਲ ਸੁਖੀ ਕਰ ਦਿਆਂਗਾ, ਤਾਂ ਐਸਾ ਕਦੇ ਹੋਣਾ ਨਹੀਂ। ਕੋਈ ਬਾਬਾ, ਕੋਈ ਜੋਤਸ਼ੀ, ਕੋਈ ਮੜੀ, ਕੋਈ ਕਬਰ, ਕੋਈ ਦੇਵੀ, ਕੋਈ ਦੇਵਤਾ ਉਹਦੇ ਮਨ ਨੂੰ ਸ਼ਾਂਤ ਕਰ ਹੀ ਨਹੀਂ ਸਕਦਾ, ਕਿਉਂਕਿ ਅੰਦਰ ਵਿਕਾਰਾਂ ਦੀ ਅੱਗ ਬਲ ਰਹੀ ਹੈ ਨਾ। ਰੱਬੀ ਰਜਾ ਵਿੱਚ ਤੁਰ ਕੇ ਖੁਸ਼ੀ ਮਿਲ ਸਕਦੀ ਹੈ, ਰੱਬੀ ਰਜਾ ਤੋਂ ਬਾਹਰ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਜਾ ਤੋਂ ਬਾਹਰ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤਾਮਸ ਦੇ ਅੰਦਰ ਲੱਗ ਕੇ ਤੇ ਤਾਮਸ ਦੇ ਅੰਦਰ ਹੀ ਸੜਨਾ ਪਵੇਗਾ। ਇਹ ਪ੍ਰਭੂ ਦੀ ਰਜਾ ਹੀ ਹੈ। ਮਹਿਲਾ ਤੀਜਾ, ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ। ਕਰੇ ਹੋ ਦਾ ਮਤਲਬ ਕਰੋ, ਕਾਰੀ ਦਾ ਮਤਲਬ ਹੁੰਦਾ ਹੈ ਇਲਾਜ, ਦਵਾਈ। ਸਤਿਗੁਰ ਨੇ ਹੁਕਮ ਦਿੱਤਾ ਹੈ ਕਿ ਭਰਮ ਦਾ ਛੋੜ ਕੱਟਣ ਲਈ, ਜੋ ਤੁਹਾਡੇ ਅੰਦਰ ਭਰਮ ਨੇ, ਵਿਕਾਰ ਨੇ, ਪਾਪ ਨੇ,
ਉਹਨਾਂ ਦੁੱਖਾਂ ਨੂੰ ਦੂਰ ਕਰਨ ਵਾਸਤੇ ਇਹ ਕਾਰ ਕਰੋ, ਇਹ ਇਲਾਜ ਕਰੋ। ਜੇ ਬੁਖਾਰ ਹੋ ਜਾਏ ਤੇ ਉਹਦਾ ਇਲਾਜ ਹੈ, ਸਿਰ ਪੀੜ ਹੋਵੇ ਉਹਦਾ ਇਲਾਜ ਹੈ। ਤਾਂ ਜੇ ਸਾਡੇ ਅੰਦਰ ਭਰਮ ਆ ਗਏ ਨੇ ਤਾਂ ਉਹਨਾਂ ਦਾ ਵੀ ਇਲਾਜ ਹੈ। ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਇਹ ਇਲਾਜ ਕਰੋ, ਇਹ ਦਵਾਈ ਕਰੋ, ਇਹ ਕੰਮ ਕਰੋ। ਤੇ ਕਿਹੜਾ ਕੰਮ, ਦਵਾਈ ਕਿਹੜੀ ਦੱਸ ਰਹੇ ਨੇ? ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਸੰਭਾਲੇ ਹੋ ਦਾ ਮਤਲਬ ਯਾਦ ਕਰੋ। ਗੁਰੂ ਦੁਆਰੇ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੁਆਰੇ, ਗੁਰੂ ਦੇ ਜ਼ਰੀਏ। ਤਾਂ ਗੁਰੂ ਦੇ ਜ਼ਰੀਏ ਯਾਨੀ ਗੁਰੂ ਦੇ ਚਰਨੀ ਲੱਗ ਕੇ ਸਾਹਿਬ ਸੰਭਾਲੇ ਹੋ, ਰੱਬ ਨੂੰ ਯਾਦ ਰੱਖੋ, ਰੱਬੀ ਗੁਣਾਂ ਨੂੰ ਯਾਦ ਕਰੋ, ਗੁਰੂ ਦੇ ਗਿਆਨ ਦੇ ਧਾਰਨੀ ਹੋਵੋ, ਗੁਰੂ ਦੀ ਸੋਚ ਦੇ ਧਾਰਨੀ ਹੋਵੋ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾਓ ਔਰ ਰੱਬ ਨੂੰ ਯਾਦ ਰੱਖੋ, ਰੱਬੀ ਗੁਣਾਂ ਨੂੰ ਯਾਦ ਰੱਖੋ। ਇਹ ਦਵਾਈ ਹੈ, ਯਾਨੀ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਰੱਬੀ ਗੁਣਾਂ ਨੂੰ ਯਾਦ ਕਰੋ। ਸਾਹਿਬ ਸਦਾ ਹਜ਼ੂਰ ਹੈ। ਪ੍ਰਭੂ ਨੂੰ ਅੰਗ ਸੰਗ ਜਾਣੋ, ਉਹ ਅੰਗ ਸੰਗ ਹੈ। ਹਜ਼ੂਰ ਦਾ ਮਤਲਬ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਹੁਣ ਹਾਜ਼ਰ ਨਾਜ਼ਰ ਤੇ ਹੈ ਪਰ ਮੈਨੂੰ ਦਿਸਦਾ ਨਹੀਂ। ਹੁਣ ਦੇਖੋ ਤੁਹਾਡੇ ਵਿੱਚ 2-4 ਵੀਰ ਭੈਣਾਂ ਨੇ ਚਸ਼ਮੇ ਲਾਏ ਨੇ, ਮੈਨੂੰ ਆਪ ਵੀ ਚਸ਼ਮਾ ਲੱਗਾ ਹੈ। ਤੇ ਜੇ ਤੁਸੀਂ ਚਸ਼ਮਾ ਲਾ ਦਿਓ, ਤੁਹਾਨੂੰ ਕਿਹਾ ਜਾਏ ਵੀ ਚਸ਼ਮਾ ਉਤਾਰ ਕੇ ਪੜੋ, ਤੇ ਤੁਸੀਂ ਕਹਿਣਾ ਵੀ ਪੜਿਆ ਨਹੀਂ ਜਾਂਦਾ। ਤੇ ਜੇ ਫਿਰ ਕਹੀਏ ਵੀ ਕਿਤਾਬ ਤੇ ਤੇਰੇ ਸਾਹਮਣੇ ਹੈ, ਕਿਤਾਬ ਸਾਹਮਣੇ, ਹੁਣ ਕਿਤਾਬ ਪੜੋ, ਤਾਂ ਤੁਸੀਂ ਕਹਿਣਾ ਵੀ ਪੜ੍ਹੀ ਨਹੀਂ ਜਾਂਦੀ। ਕਿਤਾਬ ਬੇਸ਼ੱਕ ਸਾਹਮਣੇ ਹੈ, ਕਿਉਂਕਿ ਅੱਖਾਂ ਦੇ ਅੱਗੇ ਕੁਝ ਮੋਤੀਆ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਨਜ਼ਰ ਕਮਜ਼ੋਰ ਹੈ, ਨਹੀਂ ਦਿਸਦਾ, ਪਰ ਚਸ਼ਮਾ ਲਾਓਗੇ ਤਾਂ ਫਿਰ ਦਿਸਣ ਲੱਗ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਸਦਾ ਹਾਜ਼ਰ ਨਾਜ਼ਰ ਹੈ, ਸਾਹਿਬ ਸਦਾ ਹਜ਼ੂਰ ਹੈ, ਪਰ ਮੈਨੂੰ ਨਹੀਂ ਦਿਸਦਾ ਪਿਆ ਕਿਉਂਕਿ ਮੇਰੀਆਂ ਅੱਖਾਂ ਤੇ ਮੋਤੀਆ ਆ ਗਿਆ ਨਾ, ਅੱਗੇ ਜਾਲਾ ਆ ਗਿਆ ਹੈ, ਛੌੜ ਆ ਗਿਆ ਹੈ। ਛੌੜ ਦਾ ਮਤਲਬ ਪਰਦਾ, ਜਾਲਾ, ਜਿਹੜਾ ਅੱਖਾਂ ਅੱਗੇ ਆ ਕੇ ਨਜ਼ਰ ਘਟਾ ਦਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਧਰੇ ਹੋ। ਭਰਮ ਦਾ ਛੌੜ, ਜਿਹੜਾ ਤੁਹਾਡੇ ਅੱਗੇ ਭਰਮ ਹੈ, ਭੁਲੇਖਾ ਹੈ, ਉਸ ਪਰਦੇ ਨੂੰ ਦੂਰ ਕਰਕੇ ਆਪਣੇ ਅੰਦਰ ਪ੍ਰਭੂ ਦੀ ਜੋਤ ਧਰ ਲਓ। ਰੱਬ ਤੇ ਹਾਜ਼ਰ ਨਾਜ਼ਰ ਹੈ ਪਰ ਮੈਨੂੰ ਨਹੀਂ ਦਿਸਦਾ। ਉਹਦਾ ਰੀਜ਼ਨ ਹੈ ਕਿ ਮੈਨੂੰ ਭਰਮ ਹੈ ਕਿ ਰੱਬ ਤੇ ਉੱਤੇ ਆਕਾਸ਼ ਮੰਡਲਾਂ ਵਿੱਚ ਬੈਠਾ ਹੈ, ਜਿਹੜੇ ਸਾਹਮਣੇ ਮੇਰੇ ਨੇ ਤੇ ਮੇਰੇ ਦੁਸ਼ਮਣ ਨੇ। ਇਹਨਾਂ ਚ ਕੋਈ ਕਿਸੇ ਜਾਤ ਦਾ ਹੈ, ਕੋਈ ਕਿਸੇ ਜਾਤ ਦਾ ਹੈ, ਮੇਰਾ ਭਰਮ ਹੈ। ਔਰ ਇਹ ਭਰਮ ਕਿਵੇਂ ਦੂਰ ਹੋਏਗਾ? ਗੁਰੂ ਦੁਆਰੇ ਹੋਏ ਕਿ ਸਾਹਿਬ ਸੰਭਾਲੇ ਹੋ। ਦੇਖੋ ਇਲਾਜ ਦੱਸ ਰਹੇ ਨੇ, ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਇਹ ਇਲਾਜ ਕਰੋ, ਇਹ ਇਲਾਜ ਹੈ। ਗੁਰੂ ਦੁਆਰੇ ਹੋਏ ਕਿ ਗੁਰੂ ਦੇ ਜ਼ਰੀਏ, ਗੁਰੂ ਦਾ ਗਿਆਨ, ਆਪਣੀ ਮੱਤ ਨੂੰ ਛੱਡੋ, ਰੱਬੀ ਗੁਣਾਂ ਨੂੰ ਯਾਦ ਕਰੋ, ਫਿਰ ਸਾਹਿਬ ਸਦਾ ਹਜ਼ੂਰ ਹੈ, ਫਿਰ ਰੱਬ ਹਾਜ਼ਰ ਨਾਜ਼ਰ ਦਿਸੇਗਾ। ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਰਹੋ। ਤੁਹਾਡੇ ਭਰਮ ਦੇ ਛੌੜ ਕੱਟੇ ਜਾਣਗੇ, ਭਰਮ ਦਾ ਪਰਦਾ ਲੈ ਜਾਏਗਾ। ਜਿਹੜਾ ਅਸੀਂ ਭਰਮ ਬਣਾਈ ਬੈਠੇ ਹਾਂ ਵੀ ਰੱਬ ਵੱਖਰਾ ਹੈ, ਉਹ ਭਰਮ ਦੂਰ ਹੋ ਜਾਏਗਾ, ਅੰਤਰ ਜੋਤ ਟਿਕ ਜਾਏਗੀ। ਮੀਨਸ ਕਿ ਅੰਦਰ ਰੱਬ ਦੀ ਸਮਝ ਆ ਜਾਏਗੀ, ਸਾਰਿਆਂ ਦੇ ਵਿੱਚ ਪ੍ਰਭੂ ਨਜ਼ਰੀ ਪਵੇਗਾ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ ਹੋ। ਲਾਏ ਹੋ ਦਾ ਮਤਲਬ ਲਾਓ, ਵਰਤੋ। ਦਾਰੂ ਦਾ ਮਤਲਬ ਦਵਾ। ਹਰ ਕਾ ਨਾਮ, ਨਾਮ ਦਾ ਮਤਲਬ ਹੁਕਮ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਰੱਬ ਦਾ ਜੋ ਹੁਕਮ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਹੈ। ਇਹ ਦਾਰੂ ਲਾਓ, ਇਸ ਦਵਾ ਨੂੰ ਵਰਤੋ। ਕਿਹੜੀ ਦਵਾ ਨੂੰ? ਰੱਬ ਦੇ ਹੁਕਮ ਨੂੰ। ਹੁਕਮ ਵਿੱਚ ਤੁਰੋ, ਰਜ਼ਾ ਵਿੱਚ ਤੁਰੋ, ਰਜ਼ਾ ਨੂੰ ਸਮਝੋ, ਭਾਣੇ ਨੂੰ ਸਮਝੋ। ਇਹ ਜੋ ਰਜ਼ਾ, ਭਾਣਾ, ਹੁਕਮ ਹੈ, ਇਹ ਆਤਮਿਕ ਜੀਵਨ ਦੇਣ ਵਾਲਾ ਦਾਰੂ ਹੈ। ਤੁਹਾਡੇ ਅੰਦਰ ਆਤਮਿਕ ਜ਼ਿੰਦਗੀ ਪੈਦਾ ਕਰੇਗਾ, ਇਨਸਾਨੀਅਤ ਪੈਦਾ ਹੋ ਜਾਏਗੀ ਜੇ ਗੁਰੂ ਦੇ ਹੁਕਮ ਦੇ ਅੰਦਰ ਤੁਰੋ। ਸਤਿਗੁਰ ਕਾ ਭਾਣਾ ਚਿਤ ਰੱਖੋ, ਸੰਜਮ ਸੱਚਾ ਨਹੀਂ। ਤੇ ਦਵਾਈ ਦੇ ਨਾਲ ਪਰਹੇਜ ਵੀ ਹੁੰਦਾ ਨਾ। ਹੁਣ ਪਰਹੇਜ ਕਿਹੜਾ ਹੈ? ਸੰਜਮ ਦਾ ਮਤਲਬ ਰਹਿਣੀ, ਪਰਹੇਜ। ਸਤਿਗੁਰ ਕਾ ਭਾਣਾ ਚਿਤ ਰੱਖੋ, ਸਤਿਗੁਰ ਦੇ ਹੁਕਮ ਨੂੰ, ਆਗਿਆ ਨੂੰ। ਭਾਣਾ ਦਾ ਮਤਲਬ ਆਗਿਆ, ਗੁਰੂ ਦਾ ਗਿਆਨ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਆਗਿਆ ਨੂੰ ਆਪਣੇ ਚਿੱਤ ਵਿੱਚ ਰੱਖੋ, ਚੇਤੇ ਦੇ ਅੰਦਰ ਵਸਾਓ। ਤੇ ਸੰਜਮ, ਪਰਹੇਜ ਕਾਹਦਾ ਰੱਖੋ? ਰਹਿਤ, ਮਰਿਆਦਾ ਕਾਹਦੀ ਰੱਖੋ? ਸੱਚਾ ਨਹੀਂ, ਸੱਚਾ ਪਿਆਰ। ਇਹ ਮਰਿਆਦਾ ਹੈ, ਇਹ ਪਰਹੇਜ਼ ਹੈ। ਪਰਹੇਜ਼ ਕਿਹੜਾ ਹੈ? ਰਹਿਣੀ ਕਿਹੜੀ ਹੈ? ਇੱਕੋ ਹੀ ਰਹਿਣੀ ਹੈ, ਸੱਚਾ ਪਿਆਰ।
ਗੁਰੂ ਦੇ ਗੁਣਾਂ ਨਾਲ ਸੱਚਾ ਪਿਆਰ ਕਰੋ, ਮਨੁੱਖਤਾ ਦੇ ਨਾਲ ਸੱਚਾ ਪਿਆਰ ਕਰੋ, ਆਪਣੀ ਜ਼ਿੰਦਗੀ ਦੇ ਅੰਦਰ ਸੱਚੀ ਪ੍ਰੀਤ ਕਰੋ। ਇਹ ਪਰਹੇਜ਼ ਹੈ, ਇਹ ਰਹਿਣੀ ਹੈ ਕਿ ਸੱਚੇ ਪਿਆਰ ਦੇ ਅੰਦਰ ਜ਼ਿੰਦਗੀ ਬਿਤਾਓ। ਦੇਖੋ, ਜੇ ਕੇਵਲ ਸੱਚੇ ਪਿਆਰ ਨੂੰ ਲੈ ਲਈਏ, ਘਰਾਂ ਵਿੱਚ ਪਤੀ ਹੈ, ਪਤਨੀ ਹੈ, ਨੂੰਹ ਸੱਸ ਨੇ, ਪਿਓ ਪੁੱਤਰ ਨੇ, ਧੀਆਂ ਨੇ, ਨਾਨਕੇ ਦਾਦਕੇ ਨੇ, ਜੇ ਸਾਰੇ ਮਨੁੱਖ ਇੱਕ ਦੂਜੇ ਨਾਲ ਸੱਚਾ ਪਿਆਰ ਕਰਨ, ਇਹ ਪਰਹੇਜ਼ ਰੱਖਣ ਨਫ਼ਰਤ ਤੋਂ, ਵੈਰ ਵਿਰੋਧ ਤੋਂ, ਸੱਚਾ ਪਿਆਰ ਕਰਨ, ਤਾਂ ਕੈਸੀ ਜ਼ਿੰਦਗੀ ਹੋ ਸਕਦੀ ਹੈ, ਕਿੰਨੀ ਮਹਾਨ ਜੀਵਨੀ ਹੋ ਸਕਦੀ ਹੈ। ਉਹਦਾ ਰਿਜ਼ਲਟ ਕੀ ਨਿਕਲੇਗਾ? ਨਾਨਕ ਐਥੈ ਸੁਖੈ ਅੰਦਰ ਰਖਸੀ, ਅੱਗੇ ਹਰਸਿਉ ਕੇਲ ਕਰੇ ਹੋ। ਕੇਲ ਦਾ ਮਤਲਬ ਆਨੰਦ, ਲਾਡ ਕਰੋਗੇ, ਲਾਡ ਮਾਣੋਗੇ, ਆਨੰਦ ਮਾਣੋਗੇ। ਇੱਥੇ ਦਾ ਮਤਲਬ ਇੱਥੇ ਵਰਤਮਾਨ ਵਿੱਚ ਜੋ ਹੁਣ ਜ਼ਿੰਦਗੀ ਜੀ ਰਹੇ ਹੋ, ਜੇ ਇਹ ਸੰਜਮ ਵਰਤੋਗੇ, ਪਿਆਰ ਕਰੋਗੇ, ਰੱਬੀ ਗੁਣਾਂ ਨੂੰ ਯਾਦ ਵਿੱਚ ਵਸਾਓਗੇ, ਗੁਰੂ ਦੇ ਗਿਆਨ ਮੁਤਾਬਕ ਚੱਲੋਗੇ, ਰੱਬ ਦੇ ਨਾਮ ਅੰਮ੍ਰਿਤ ਦੀ ਦਵਾਈ ਨੂੰ ਵਰਤੋਗੇ, ਤਾਂ ਇੱਥੇ ਸੁਖੇ ਅੰਦਰ ਰਖਸੀ ਹੈ, ਜਿਹੜਾ ਤੁਹਾਡਾ ਵਰਤਮਾਨ ਹੈ, ਇੱਥੇ ਸੁਖ ਵਿੱਚ ਰੱਖੇਗਾ। ਰੱਬ ਤੁਹਾਨੂੰ ਸੁਖ ਵਿੱਚ ਰੱਖੇਗਾ। ਅੱਗੇ ਹਰਸਿਉ ਕੇਲ ਕਰੇ ਹੋ, ਅੱਗੇ ਦਾ ਮਤਲਬ ਆਉਣ ਵਾਲਾ ਫਿਊਚਰ, ਰੱਬ ਦੇ ਮਿਲਾਪ ਦਾ ਆਨੰਦ ਮਾਣਦੇ ਰਹੋਗੇ, ਆਉਣ ਵਾਲੇ ਫਿਊਚਰ ਦੇ ਅੰਦਰ ਵੀ ਸੁਖੀ ਰਹੋਗੇ। ਜੇ ਸੱਚ ਨਾਲ ਹੁਣ ਜੁੜੇ ਹੋ ਤਾਂ ਹੁਣ ਸੁਖੀ ਹੋ, ਆਉਣ ਵਾਲੇ ਸਮੇਂ ਨਾਲ ਜੁੜੇ ਰਹੋਗੇ, ਆਉਣ ਵਾਲੇ ਸਮੇਂ ਵਿੱਚ ਸੁਖੀ ਰਹੋਗੇ। ਤੇ ਜੇ ਕੋਈ ਸੱਚ ਨਾਲੋਂ ਹੁਣ ਟੁੱਟ ਗਿਆ ਹੈ, ਉਹ ਹੁਣ ਵੀ ਦੁਖੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਦੁਖੀ ਰਹੇਗਾ। ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਜੀਵਨ ਕਾਲ ਦੇ ਅੰਦਰ ਤੁਹਾਨੂੰ ਸੁਖ ਮਿਲੇਗਾ। ਪੌੜੀ, ਆਪੇ ਭਾਰ 18 ਬਨਸਪਤ, ਆਪੇ ਹੀ ਫਲ ਲਾਏ। ਇਹਨੂੰ ਬਨਸਪਤ ਨਹੀਂ ਪੜਨਾ, ਨੰਨਾ ਨਹੀਂ ਬੋਲਣਾ, ਨਾਣਾ ਬੋਲਣਾ ਹੈ। ਬਨਸਪਤ, ਬਨਸਪਤ ਦਾ ਮਤਲਬ ਵਨਸਪਤੀ। 18 ਭਾਰ ਦਾ ਮਤਲਬ 18 ਭਾਰ। 18 ਭਾਰ ਇੱਕ ਪੁਰਾਣਾ ਖਿਆਲ ਹੈ, ਇਹ ਗੁਰੂ ਦੀ ਵਿਚਾਰ ਨਹੀਂ ਹੈ, ਪੁਰਾਣਾ ਇੱਕ ਖਿਆਲ ਚੱਲਿਆ ਹੁੰਦਾ ਹੈ, ਤੇ ਉਸੇ ਖਿਆਲ ਨੂੰ ਗੁਰੂ ਜੀ ਨੇ ਇੱਥੇ ਵਰਤਿਆ ਹੈ। ਪੁਰਾਣਾ ਖਿਆਲ ਇਹ ਚੱਲਿਆ ਹੁੰਦਾ ਹੈ ਕਿ ਜੇ ਹਰ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਾ ਤੋੜਿਆ ਜਾਏ, ਇੱਕ ਟਾਹਲੀ ਦਾ, ਇੱਕ ਕਿੱਕਰ ਦਾ, ਇੱਕ ਕਣਕ ਦਾ, ਯਾਨੀ ਹਰ ਵਨਸਪਤੀ ਦਾ ਇੱਕ ਇੱਕ ਪੱਤਾ ਤੋੜਿਆ ਜਾਏ, ਤਾਂ ਉਹਦਾ ਸਾਰਾ ਤੋਲ ਕਰੀਏ ਤਾਂ ਉਹ 18 ਭਾਰ ਬਣਦਾ ਹੈ। ਤੇ ਇੱਕ ਭਾਰ ਜਿਹੜਾ ਹੈ ਉਹ 5 ਮਣ ਦਾ ਹੁੰਦਾ ਹੈ। ਕੱਚੇ ਜਿਹੜੇ 40 ਸੇਰ ਸਨ, 40 ਸੇਰਾਂ ਦਾ ਇੱਕ ਮਣ ਹੁੰਦਾ ਸੀ, ਤੇ 5 ਮਣ ਕੱਚੇ ਇਕੱਠੇ ਕਰੀਏ ਨਾ, 5 ਮਣਾਂ ਦੀ ਇੱਕ ਪੰਡ ਨੂੰ ਕਹਿੰਦੇ ਨੇ ਇੱਕ ਭਾਰ। ਤੇ ਜੇ ਇੱਕ ਇੱਕ ਪੱਤਾ ਤੋੜੀਏ ਤੇ 18 ਭਾਰ ਬਣਦੇ ਨੇ, ਯਾਨੀ 90 ਕੁ ਮਣ ਕੱਚਾ ਵੇਟ ਬਣਦਾ। ਇਹ ਪੁਰਾਣਾ ਖਿਆਲ ਹੈ, ਇਹ ਗੁਰੂ ਦੀ ਵਿਚਾਰ ਨਹੀਂ, ਇਹ ਖਿਆਲ ਚੱਲਿਆ ਹੁੰਦਾ ਹੈ। ਇੱਥੇ 18 ਭਾਰ ਦਾ ਮਤਲਬ ਸਾਰੀ ਵਨਸਪਤੀ ਹੈ। ਆਪੇ ਭਾਰ 18 ਬਨਸਪਤ, ਆਪ ਹੀ ਉਹ ਬਨਸਪਤੀ ਹੈ, ਆਪੇ ਹੀ ਫਲ ਲਾਏ, ਤੇ ਆਪ ਹੀ ਇਸ ਵਨਸਪਤੀ ਨੂੰ ਫਲ ਔਰ ਫੁੱਲ ਲਗਾ ਰਿਹਾ ਹੈ। ਆਪੇ ਮਾਲੀ, ਆਪ ਸਭ ਸਿੰਚੈ, ਆਪੇ ਹੀ ਮੂੰਹ ਪਾਏ। ਆਪ ਹੀ ਮਾਲੀ ਹੈ, ਆਪ ਹੀ ਪਾਣੀ ਦਿੰਦਾ ਹੈ, ਤੇ ਆਪੇ ਹੀ ਫਲ, ਆਪੇ ਹੀ ਮੂੰਹ ਪਾਏ ਦਾ ਮਤਲਬ ਆਪਣੇ ਮੂੰਹ ਵਿੱਚ ਫਲ ਪਾਉਂਦਾ ਹੈ। ਯਾਨੀ ਸਿੰਚਣ ਵਾਲਾ, ਪਾਣੀ ਦੇਣ ਵਾਲਾ, ਫਲ ਖਾਣ ਵਾਲਾ, ਇਹਨਾਂ ਸਾਰਿਆਂ ਦੇ ਅੰਦਰ ਉਹ ਆਪ ਵਿਆਪਕ ਹੈ। ਇਹ ਗੱਲ ਵੱਖਰੀ ਹੈ ਕਿਸੇ ਨੂੰ ਸੂਝ ਹੈ ਜਾਂ ਨਹੀਂ। ਆਪੇ ਕਰਤਾ, ਆਪੇ ਭੁਗਤਾ, ਆਪੇ ਦੇ ਦਿਵਾਏ। ਭੁਗਤਾ ਦਾ ਮਤਲਬ ਖਾਣ ਵਾਲਾ, ਆਨੰਦ ਲੈਣ ਵਾਲਾ। ਆਪ ਹੀ ਕਰਨ ਵਾਲਾ ਹੈ, ਆਪ ਹੀ ਪਦਾਰਥਾਂ ਨੂੰ ਭੋਗਣ ਵਾਲਾ ਹੈ, ਆਪ ਹੀ ਦਿੰਦਾ ਹੈ ਔਰ ਆਪ ਹੀ ਚੀਜ਼ਾਂ ਦਿਵਾਉਂਦਾ ਹੈ। ਯਾਨੀ ਕਿਰਤ ਕਰਨ ਵਾਲਿਆਂ ਵਿੱਚ, ਭੋਗਣ ਵਾਲਿਆਂ ਵਿੱਚ, ਦੇਣ ਲੈਣ ਵਾਲਿਆਂ ਸਾਰਿਆਂ ਦੇ ਅੰਦਰ ਆਪ ਸਮਾਇਆ ਹੋਇਆ ਹੈ। ਆਪੇ ਸਾਹਿਬ, ਆਪੇ ਹੈ ਰਾਖਾ, ਆਪੇ ਰਿਹਾ ਸਮਾਏ। ਮਾਲਕ ਵੀ ਆਪ ਹੈ, ਰਾਖਾ ਵੀ ਆਪ ਹੈ, ਤੇ ਆਪ ਸਭ ਥਾਵਾਂ ਦੇ ਉੱਤੇ ਹਰ ਵਕਤ ਸਮਾਇਆ ਹੋਇਆ ਹੈ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ, ਜਿਸ ਨੂੰ ਤਿਲ ਨਾ ਤਮਾਏ। ਤਮਾਏ ਦਾ ਮਤਲਬ ਤਮਾ, ਤਿਲ ਨਾ ਤਮਾਏ ਦਾ ਮਤਲਬ ਤਿਲ ਜਿੰਨਾ ਤਮਾ, ਲਾਲਚ, ਸਵਾਰਥ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੇਵਕ ਨਾਨਕ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪਰ ਜਿਹਨੂੰ ਰਤਾ ਮਾਤਰ ਵੀ ਕੋਈ ਤਮਾ ਨਹੀਂ, ਰੰਚਕ ਮਾਤਰ ਵੀ ਤਮਾ ਨਹੀਂ, ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ। ਜੋ ਲਾਲਚ ਔਰ ਸਵਾਰਥ ਤੋਂ ਅਲੇਪ ਹੈ, ਮੈਂ ਉਸ ਪ੍ਰਭੂ ਦੀ ਵਡਿਆਈ ਕਰਦਾ ਹਾਂ ਜੋ ਇਸ ਸੰਸਾਰ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਅੱਜ ਦੀ ਵਿਚਾਰ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ।
ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਅਨਮਿਊਟ ਹੋ ਕੇ ਆਪ ਆਪਣੇ ਵਿਊਜ਼ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ